हरकिरत सिंह बल ਵੱਲੋਂ गुरफतेह प्रवान करो। वाहिगुरू जी का खालसा वाहिगुरू जी की फतेह। गुड मॉर्निंग संगत वेख रही साढ़े सारे ही दर्शकों का असी तह दिलों स्वागत करते हैं। अज की गलबात जोड़े मुख ते प्रमुख विषय होंगे वो इस तरह ने। सरकार ते किसानां विचाले 9वें गेट की गलबात अज चल रही है। दिल्ली दी सरहदां ते किसान अंदोलन के 50 दिन पूरे हो गए ने। किसानी संघर्ष के रंग विच रंगिया गया सी माघी शहीदी जोड़ मेला। माघी शहीदी जोड़ मेले ते भारतीय किसान यूनियन वालों विशाल कानफ्रेंस की गई। 26 जनवरी की दिल्ली परेड लई पिंडां विच वेख्या जा रहा भारी उत्साह। सियासी रंजिश कारण गोलीबारी विच चाचे दे भतीजे की जान गई। भारतीय विदेश मंत्रालय का ऐलान कि गणतंत्र दिवस विच नहीं होवेगा इस बार कोई मुख मेहमान। सब तो पहला गल करते हैं अज आपां सियासत की कि किवें पंजाब दे जां भारत दे जिहड़े पिंड ने शहर ने कस्बे ने उन्हां नूं सियासत ने किन्नी हद तक प्रभावित किया है। जिवें जिहड़ियां हुण दो मुख जिहड़ियां गल्लां उभर के सामने आ रही हैं ਉਹਦੇ ਵਿੱਚ चाहे सरपंची ਨੂੰ ਲੈ ਕੇ ਜਿਹੜੀ ਰੰਜਿਸ਼ ਸੀ ਸਰਪੰਚੀ ਦੀ ਉਹਦੇ ਵਿੱਚ ਚਾਚੇ ਦੇ ਭਤੀਜੇ ਦੀ ਜਿਹੜੀ ਗੋਲੀਆਂ ਚੱਲਣ ਨਾਲ ਮੌਤ ਹੋ ਗਈ ਹੈ ਤੇ 2 ਜ਼ਖਮੀ ਉੱਥੇ ਬੰਦੇ ਜਿਹੜੇ ਜ਼ਖਮੀ ਹੋਏ ਆ। ਚਾਹੇ ਉਹ ਹੋਵੇ ਜਿਹੜੀ ਦੂਸਰੀ ਇੱਕ ਵੱਡੀ ਖਬਰ ਆ ਰਹੀ ਸੀ ਅੰਮ੍ਰਿਤਸਰ ਦੇ ਵਾਰਡ ਨੰਬਰ 37 ਦੇ ਵਿੱਚ ਆਜ਼ਾਦ ਜਿਹੜਾ ਉਮੀਦਵਾਰ ਸੀ ਉਹਦੀ ਹੱਤਿਆ ਕਰ ਦਿੱਤੀ ਗਈ। ਤੁਹਾਨੂੰ ਦੱਸਦੇ ਹਾਂ ਜਿਹੜੇ ਮੁੱਖ ਕਾਰਨ ਸੀ ਇਹ ਨਾ ਜਿਹੜੀਆਂ ਕੀਮਤੀ ਜਾਨਾਂ ਸਾਡੇ ਪੰਜਾਬ ਦੇ ਵਿੱਚ ਗਈਆਂ। ਜਿਹੜੀ ਤਾਂ ਗੱਲ ਹੈਗੀ ਆ ਚਾਚੇ ਭਤੀਜੇ ਵਾਲੀ ਰੰਜਿਸ਼ ਦੀ ਸਰਪੰਚੀ ਨੂੰ ਲੈ ਕੇ ਉਹ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਮਸ਼ਰਾਲਾਂ ਦੀ ਗੱਲ ਹੈ ਜਿੱਥੇ ਉਹਨਾਂ ਦੇ ਆਪਣੇ ਚਾਚਾ ਤੇ ਭਤੀਜਾ ਸੀ ਉਹਨਾਂ ਦੀ ਖਬਰ ਮੌਤ ਦੀ ਖਬਰ ਆ ਰਹੀ ਹੈ ਗੋਲੀਆਂ ਚੱਲਣ ਨਾਲ। 2 ਜਿਹੜੇ ਹੋਰ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ ਉਹਦੇ ਵਿੱਚ ਹਰਦਿਆਲ ਸਿੰਘ ਇਹ ਭਤੀਜਾ ਸੀ ਤੇ ਜਿਹੜਾ ਉਹਦਾ ਚਾਚਾ ਸੀ ਉਹ ਮਨਜੀਤ ਸਿੰਘ ਸੀ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਸਰਪੰਚੀ ਨੂੰ ਲੈ ਕੇ ਇਹਨਾਂ ਦੀ ਕੋਈ ਆਪਸੀ ਰੰਜਿਸ਼ ਸੀ ਕਿਉਂਕਿ ਜਿਹੜੇ ਮਨਜੀਤ ਸਿੰਘ ਤੇ ਉਹ ਸਾਬਕਾ ਸਰਪੰਚ ਤੇ ਜਿਹੜੇ ਹਰਦਿਆਲ ਸਿੰਘ ਸੀ ਇਹਨਾਂ ਦੇ ਜਿਹੜੇ ਪਿਤਾ ਸੀ ਉਹ ਹੁਣ ਮੌਜੂਦਾ ਸਰਪੰਚ ਤੇ ਜਦੋਂ ਕਿਹਾ ਜਾ ਰਿਹਾ ਹੈ ਕਿ ਸ਼ਮਸ਼ਾਨ ਘਾਟ ਜਦੋਂ ਗਏ ਹਰਦਿਆਲ ਸਿੰਘ ਉੱਥੇ ਕੰਮਕਾਰ ਚੱਲ ਰਿਹਾ ਸੀ ਉਹਦਾ ਮੁਆਇਨਾ ਕਰਨ ਗਏ ਉਹਦੀ ਨਿਗਰਾਨੀ ਲਈ ਜਾ ਰਹੇ ਸਨ ਕਿਉਂਕਿ ਹਰਦਿਆਲ ਸਿੰਘ ਆਪਣੇ ਪਿਤਾ ਦੇ ਕੰਮਾਂ ਦੇ ਵਿੱਚ ਹੱਥ ਵਟਾਉਂਦਾ ਸੀ। ਸਰਕਾਰੀ ਜਿਹੜੇ ਪੰਚਾਇਤ ਦੇ ਅਧੀਨ ਕਾਰਜ ਸੀ ਉੱਥੇ ਜਦੋਂ ਉਹ ਗਏ ਸ਼ਮਸ਼ਾਨ ਘਾਟ ਤਾਂ ਉੱਥੇ ਮਨਜੀਤ ਸਿੰਘ ਵੀ ਪਹੁੰਚਦੇ ਨੇ। ਉਹਨਾਂ ਦੀ ਆਪਸੀ ਜਿਹੜੀ ਪਹਿਲਾਂ ਹੀ ਸ਼ਰੀਕੇਬਾਜ਼ੀ ਵਾਲੀ ਕਹਿ ਸਕਦੇ ਹਾਂ ਰੰਜਿਸ਼ ਚੱਲ ਰਹੀ ਸੀ ਸਰਪੰਚੀ ਨੂੰ ਵੀ ਲੈ ਕੇ ਉਹਨਾਂ ਦੀ ਰੰਜਿਸ਼ ਸੀ। ਉਹਨਾਂ ਦੇ ਮਤਭੇਦ ਉੱਥੇ ਵਿਚਾਰਾਂ ਦੇ ਹੋਏ ਤੇ ਉੱਥੇ ਤਕਰਾਰ ਹੋਈ ਗੋਲੀ ਚੱਲੀ। ਇਹ ਦੋਨੋਂ ਜਿਹੜੇ ਨੇ ਇਹ ਮਰ ਗਏ ਨੇ ਹਰਦਿਆਲ ਸਿੰਘ ਤੇ ਮਨਜੀਤ ਸਿੰਘ ਤੇ 2 ਜਿਹੜੇ ਵਿਅਕਤੀ ਆ ਉਹ ਜ਼ਖਮੀ ਹੋ ਗਏ ਨੇ। ਰਾਜਨੀਤੀ ਦੱਸਿਆ ਜਾ ਰਿਹਾ ਕਿ ਕਈ ਪਾਰਟੀ ਨਾਲ ਸੰਬੰਧ ਰੱਖਦੇ ਸਨ ਤੇ ਜਿਹੜੇ ਅੰਮ੍ਰਿਤਸਰ ਦੇ ਵਾਰਡ ਨੰਬਰ 37 ਤੋਂ ਆਜ਼ਾਦ ਉਮੀਦਵਾਰ ਖੜੇ ਸਨ ਇਸ ਵਾਰ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਵਿੱਚ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਜਗਦੀਸ਼ ਸਿੰਘ ਉਰਫ ਦੀਸ਼ਾ। ਉਹਨਾਂ ਦੇ ਵੱਲੋਂ ਵੀ ਛੋਟੀ ਜਿਹੀ ਇੱਕ ਘਟਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ। ਉਹ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਕਰ ਰਹੇ ਸੀ ਉਡਾ ਰਹੇ ਸਨ ਉਹਨੂੰ ਲੈ ਕੇ ਤਕਰਾਰ ਹੋਇਆ ਉੱਥੇ ਛੋਟੀ ਜਿਹੀ ਗੱਲ ਦਾ ਤੇ ਉਹਦੇ ਵਿੱਚ ਗੋਲੀਆਂ ਨਾਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਛੋਟੀ ਜਿਹੀ ਗੱਲ ਨੂੰ ਤਕਰਾਰ ਨੂੰ ਵਿਚਾਰਾਂ ਨੂੰ ਸਹਿਮਤੀ ਨਾ ਹੁੰਦੇ ਹੋਏ ਕਿਉਂਕਿ ਇਹ ਕੋਈ ਐਡੀਆਂ ਵੱਡੀਆਂ ਗੱਲਾਂ ਨਹੀਂ ਸੀ ਗੱਲ ਸਾਰੀ ਵਿਚਾਰ ਦੀ ਆ ਮਤਭੇਦ ਦੀ ਆ। ਇਹ ਇੱਕ ਸਵਾਲ ਹੈ ਪੰਜਾਬੀਅਤ ਦੇ ਪੂਰੇ ਭਾਰਤ ਦੇ ਜਾਂ ਵਿਦੇਸ਼ਾਂ ਵਿੱਚ ਵੀ ਅਸੀਂ ਵੇਖ ਸਕਦੇ ਹਾਂ ਕਿ ਵਿਚਾਰਾਂ ਦਾ ਮਤਭੇਦ ਛੋਟੇ ਛੋਟੇ ਵਿਚਾਰ ਹੈ ਉਹਨਾਂ ਦਾ ਟਕਰਾਅ ਹੁੰਦਾ ਅਤੇ ਉਹ ਵੱਡਾ ਰੂਪ ਧਾਰਨ ਕਰ ਲੈਂਦੇ ਨੇ ਜਿਨ੍ਹਾਂ ਦੇ ਨੁਕਸਾਨ ਬਹੁਤ ਵੱਡੇ ਹੁੰਦੇ ਨੇ। ਪਰਿਵਾਰਾਂ ਨੂੰ ਨੁਕਸਾਨ ਵੱਡੇ ਹੁੰਦੇ ਨੇ ਕਿਉਂਕਿ ਜਿਹੜੀਆਂ ਕੀਮਤੀ ਜਾਨਾਂ ਗਈਆਂ ਇਹਨਾਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੇ ਵਾਰਡ ਨੰਬਰ 37 ਤੋਂ ਆਜ਼ਾਦ ਉਮੀਦਵਾਰ ਖੜ੍ਹਿਆ ਸੀ ਉਹਦੀ ਉਮਰ ਲਗਭਗ 35 ਸਾਲ ਦੱਸੀ ਜਾਂਦੀ ਹੈ ਕੋਈ ਬਹੁਤੀ ਵੱਡੀ ਉਮਰ ਨਹੀਂ ਸੀ। ਕੀਮਤੀਆਂ ਜਾਨਾਂ ਅਸੀਂ ਕਹਿ ਸਕਦੇ ਹਾਂ ਇਹ ਗਈਆਂ। ਇਹ ਇੱਕ ਗੰਭੀਰ ਸਵਾਲ ਹੈ ਆਪਣੇ ਆਪ ਦੇ ਵਿੱਚ ਕਿ ਅਜਿਹਾ ਕਿਉਂ ਵਾਪਰ ਰਿਹਾ ਚੇਤਨਤਾ ਦੀ ਘਾਟ ਕਿਉਂ ਹੈ ਸਹਿਣਸ਼ੀਲਤਾ ਦੀ ਘਾਟ ਕਿਉਂ ਹੈ ਕਿਉਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤਕਰਾਰ ਹੁੰਦਾ ਹੈ ਕਿਉਂ ਨਹੀਂ ਸਹਿਣਸ਼ੀਲਤਾ ਦੇ ਜਿਹੜੇ ਸਾਡੇ ਗੁਰਸਿੱਖੀ ਦੇ ਸਿਧਾਂਤ ਨੇ ਸਹਿਣਸ਼ੀਲਤਾ ਦੀ ਉਦਾਹਰਨ ਜੇ ਵੇਖਿਆ ਜਾਵੇ ਤਾਂ ਪੰਚਮ ਪਾਤਸ਼ਾਹ ਜੀ ਨੇ ਸਿਧਾਂਤਕ ਤੌਰ 'ਤੇ 9ਵੇਂ ਪਾਤਸ਼ਾਹ ਨੇ ਸਿਧਾਂਤਕ ਤੌਰ 'ਤੇ ਸਾਨੂੰ ਕਿਵੇਂ
ਦੱਸਿਆ ਹੈ। ਇੱਕ ਤਾਂ ਸਿਧਾਂਤਕ ਤੋਂ ਵਿਵਹਾਰਿਕ ਰੂਪ ਦੇ ਵਿੱਚ ਸਿਧਾਂਤ ਤਾਂ ਸਾਡੇ ਹੈਗੇ ਆ ਗੁਰਸਿੱਖੀ ਦੇ ਵਿੱਚ, ਸਹਿਣਸ਼ੀਲਤਾ, ਕਿਉਂਕਿ ਬਾਬਾ ਫਰੀਦ ਜੀ ਦਾ ਵੀ ਗੁਰਬਾਣੀ ਦੇ ਵਿੱਚ ਫਰਮਾਨ ਹੈ, ਨਿਮਰਤਾ ਨੂੰ ਲੈ ਕੇ ਜਿਹੜੇ ਤੈਨੂੰ ਮੁੱਕੀਆਂ ਮਾਰਦੇ ਆ, ਉਹ ਆਦਿਕ ਸਾਰੇ ਜਿਹੜੇ ਤੁਸੀਂ ਜਾਣਦੇ ਹੋ ਗੁਰਬਾਣੀ, ਅੱਜ ਮੇਰੇ ਨਾਲੋਂ ਜ਼ਿਆਦਾ ਹੀ ਜਾਣਦੇ ਹੋਵੋਗੇ ਸਾਰੇ, ਫਰੀਦਾ ਬੁਰੇ ਦਾ ਭਲਾ ਕਰ, ਜਿਹੜੇ ਆਦਿ ਕਥਨ ਆ ਉਹਨਾਂ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ। ਪਰ ਜਿਹੜੀ ਗੱਲ ਇਹ ਹੈ ਕਿ ਸਿਧਾਂਤ ਹੈ ਜਿਹੜਾ, ਇਹਨੂੰ ਵਿਵਹਾਰਿਕ ਰੂਪ ਦੇ ਵਿੱਚ ਲਿਆਉਣ ਦੇ ਵਿੱਚ ਕਿਉਂ ਦੇਰੀ ਹੋ ਰਹੀ ਹੈ। ਕੁਝ ਅਜਿਹੇ ਚਿੰਤਾ ਦੇ ਵਿਸ਼ੇ ਨੇ, ਕੀ ਗੱਲ ਹੋ ਸਕਦੀ ਹੈ, ਕਿਉਂਕਿ ਬੌਧਿਕਤਾ ਦੀ ਸੂਖਮਤਾ ਦੇ ਵਿੱਚੋਂ ਉਤਪੰਨ ਹੋਣ ਵਾਲਾ ਵਿਵੇਕ ਸਮਾਜਿਕ, ਆਰਥਿਕ, ਸੰਸਕ੍ਰਿਤਿਕ, ਸਿਆਸੀ, ਸੱਭਿਆਚਾਰਕ, ਕਲਾਤਮਕ ਅਤੇ ਰਚਨਾਤਮਕ ਨਿਰਣਿਆਂ ਲਈ ਨਿਰਣਾਇਕ ਬਣਦਾ ਰਹਿੰਦਾ, ਜਿਹੜਾ ਹੋਣਾ ਚਾਹੀਦਾ ਕਿਉਂ ਨਹੀਂ ਹੁੰਦਾ। ਇਹ ਨਿਰਣਿਆਂ ਤੋਂ ਅਧੂਰੇ ਇਰਾਦੇ ਹੋਣਹਾਰ ਹੁਨਰ ਦੀ ਪ੍ਰਾਪਤੀ ਲਈ ਰੁਕਾਵਟ ਬਣਦੇ ਨੇ। ਆਹ ਜਿਹੜੀ ਜਾਤ ਪਾਤ ਹੈ, ਗਰੀਬੀ ਹੈ, ਅਮੀਰੀ ਹੈ, ਊਚ ਨੀਚ, ਸੱਤਾਵਾਦੀ ਜਾਂ ਸਰਮਾਏਦਾਰੀ ਸਿਲਸਿਲੇ ਨੇ ਜਿਹੜੇ, ਨਿੱਜਵਾਦੀ ਜਿਹੜੀ ਲਾਲਚ ਹੈ, ਹੈਂਕੜਬਾਜੀ ਹੈ, ਕਲੇਸ਼ ਹੈ, ਵਿਅਕਤੀਵਾਦੀ ਜਿਹੜਾ ਪਖੰਡ ਹੈ, ਇਹ ਜਿਹੜਾ ਇਹ ਰੁਕਾਵਟ ਪਾਉਂਦਾ ਹੈ ਸਮਾਜਿਕ ਸਥਿਰਤਾ ਦੇ ਲਈ, ਸੁਚੱਜਤਾ ਲਈ, ਸਪਸ਼ਟਤਾ ਲਈ ਅਤੇ ਸਹਿਜਤਾ ਲਈ, ਸਹਿਣਸ਼ੀਲਤਾ ਲਈ। ਇਹ ਘਾਤਕ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਗੱਲਾਂ ਦੱਸ ਕੇ ਗਿਆ। ਗਰੀਬੀ, ਜਾਤ ਪਾਤ, ਅਮੀਰੀ, ਊਚ ਨੀਚ, ਸੱਤਾਵਾਦੀ, ਸਰਮਾਏਦਾਰੀ, ਨਿੱਜਵਾਦੀ ਲਾਲਚ, ਹਉਮੈ, ਹੰਕਾਰ, ਇਹ ਸਾਰੇ ਗੁਰਬਾਣੀ ਦੇ ਵਿੱਚੋਂ ਆ, ਜਿਹੜੇ ਸਾਨੂੰ ਪਤਾ ਹੈ ਵੀ ਗੁਰਬਾਣੀ ਕਿਵੇਂ ਇਹਨਾਂ ਨੂੰ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਪ੍ਰੇਰਿਤ ਕਰਦੀ ਹੈ। ਇੱਕ ਮਨਮੁਖ ਤੋਂ ਗੁਰਮੁਖ ਬਣਾਉਣ ਲਈ ਇੱਕ ਮਨੁੱਖ ਨੂੰ ਕਿਵੇਂ ਪ੍ਰੇਰਿਤ ਕਰਦੀ ਹੈ। ਇਹ ਗੱਲ ਅੱਜ ਭਾਵੇਂ ਵੱਡੀ ਹੈ ਕਿ ਜ਼ਹਿਰੀਲਾ ਵਾਤਾਵਰਨ ਹੈ ਜਿਹੜਾ ਵਿਚਾਰਾਂ ਦਾ ਮਤਭੇਦ ਹੋਣਾ ਹੈ ਸੰਸਾਰ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਫੈਲ ਰਿਹਾ ਹੈ, ਉਲਝਣਾਂ ਪੈਦਾ ਹੋ ਰਹੀਆਂ, ਉਲਝੀ ਜਿਹੜੀ ਮਾਨਸਿਕਤਾ ਹੈ ਉਹਦੇ ਤੋਂ ਪ੍ਰਸੰਨਤਾ ਕੋਹਾ ਦੂਰ ਜਾਣ ਲੱਗ ਰਹੀ ਹੈ। ਪ੍ਰਸੰਨਤਾ ਨਹੀਂ ਵੇਖਣ ਨੂੰ ਮਿਲ ਰਹੀ। ਸਾਡੇ ਜਿਹੜੇ ਚਿੱਤ ਹੈ, ਸਾਡੇ ਜਿਹੜੇ ਵਿਚਾਰ ਆ, ਉਹ ਉਖੜੇ ਆ, ਉਹਨਾਂ ਦੇ ਵਿੱਚ ਖੁਸ਼ੀ ਨਹੀਂ ਦਿਖ ਰਹੀ। ਕੀ ਅਜਿਹੇ ਸਵਾਲ ਬਣਦੇ ਨੇ ਆਪਣੇ ਆਪ ਦੇ ਵਿੱਚ। ਅਜਿਹੀਆਂ ਘਟਨਾਵਾਂ ਜਦੋਂ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਅਸੀਂ ਵੇਖਦੇ ਹਾਂ ਤਾਂ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹ ਛੋਟੀਆਂ ਗੱਲਾਂ ਨੂੰ ਲੈ ਕੇ ਵੱਡੀਆਂ ਤਕਰਾਰਾਂ ਹੁੰਦੀਆਂ ਨੇ ਅਤੇ ਕੀਮਤੀ ਜਾਨਾਂ ਜਾਂਦੀਆਂ ਨੇ। ਇਹ ਵੇਖ ਕੇ ਜਿਹੜਾ ਇੱਕ ਸੰਵੇਦਨਸ਼ੀਲ ਵਿਅਕਤੀ ਆ, ਸਮਾਜ ਪ੍ਰਤੀ ਚੰਗੀ ਸੋਚ, ਉਸਾਰੂ ਅਤੇ ਸੁਚਾਰੂ ਸੋਚ ਦਾ ਜਿਹੜਾ ਸੋਚਣ ਵਾਲਾ ਵਿਅਕਤੀ ਆ, ਉਹਨੂੰ ਠੇਸ ਪਹੁੰਚਦਾ ਇਹਨਾਂ ਗੱਲਾਂ ਦਾ। ਵੱਡੇ ਸਵਾਲ ਆਪਣੇ ਆਪ ਦੇ ਵਿੱਚ ਪੈਦਾ ਹੁੰਦੇ ਨੇ ਕਿ ਅਸੀਂ ਅੱਜ ਉਖੜੇ ਹੋਏ ਅਤੇ ਉਲਝੇ ਹੋਏ ਨਹੀਂ ਨਜ਼ਰ ਆ ਰਹੇ। ਕੀ ਆਪਾਂ ਅੱਜ ਸਵਾਲ ਹੈ ਆਪਣੇ ਆਪ ਨੂੰ, ਸਾਰਿਆਂ ਨੂੰ, ਕੀ ਆਪਾਂ ਅੱਜ ਗੁਆਚੇ ਜੇ ਨਹੀਂ ਨਜ਼ਰ ਆ ਰਹੇ? ਕੀ ਆਪਾਂ ਨੇ ਆਪਣੇ ਆਪ ਨੂੰ ਵਾਵਰੇਲੇ ਜਿਹਾ ਨਹੀਂ ਬਣਾਇਆ ਹੋਇਆ? ਕੀ ਆਪਾਂ ਨੇ ਸੱਭਿਆਚਾਰਕ ਜਿਹੜੀ ਸਾਡੀ ਸਾਂਝ ਸੀ ਉਹਦੇ ਵਿੱਚ ਗੁੱਟਬਾਜੀ ਨਹੀਂ ਬਣਾ ਲਈ? ਇੰਝ ਜਿਹੜੇ ਇਹ ਦਾਰਸ਼ਨਿਕ, ਸਾਂਸਕ੍ਰਿਤਿਕ, ਰਾਜਨੀਤਿਕ, ਵਿਦਿਅਕ, ਸੰਵੇਦਨਸ਼ੀਲਤਾ, ਸੁਹਿਰਦਤਾ ਆਦਿਕ ਜਿਹੜੇ ਮੁੱਦੇ ਨੇ, ਇਹਨਾਂ ਪਰ ਗੰਭੀਰਤਾ ਨਾਲ ਸੋਚਣਾ ਕਿਉਂ ਛੱਡ ਦਿੱਤਾ? ਪਦਾਰਥਵਾਦ ਦਾ ਭਾਵੇਂ ਯੁੱਗ ਹੈ, ਠੀਕ ਹੈ, ਜਿਹੜੀਆਂ ਸਾਡੀਆਂ ਮੁੱਢਲੀਆਂ ਲੋੜਾਂ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਮਾਜ ਦੇ ਵਿੱਚ ਕਿਰਤ ਜ਼ਰੂਰੀ ਹੈ, ਪਰ ਉਹ ਇੰਨੀ ਨਹੀਂ ਹੈਵੀ ਹੋਣੀ ਚਾਹੀਦੀ ਕਿ ਤੁਹਾਡੀ ਇੰਨੀ ਨਿੱਜਤਾ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਹੜੱਪਣ ਦਾ ਸਾਰਾ ਸਿਲਸਿਲਾ ਜਿਹੜਾ ਆਪਣੇ ਤੱਕ ਹਉਮੈ ਹੈ ਜਿਹੜੀ ਉਹ ਆਪਣੇ ਤੱਕ ਸੀਮਿਤ ਨਾ ਰੱਖੋ। ਜਿਹੜਾ ਹੰਕਾਰ ਹੈ ਉਹਦੀ ਜਗ੍ਹਾ ਨਿਮਰਤਾ ਦੇ ਧਾਰਨੀ ਹੋਣਾ ਚਾਹੀਦਾ। ਸੋ ਜਿਹੜੇ ਵਾਰ-ਵਾਰ ਸਵਾਲ ਸਾਡੇ ਦਿਮਾਗ ਦੇ ਵਿੱਚ ਉਤਪੰਨ ਹੁੰਦੇ ਆ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ, ਸਾਡੇ ਮੱਥਿਆਂ ਨੂੰ ਟਕਰਾਉਣ ਦੇ ਵਿੱਚ ਆਉਂਦੇ ਆ ਸਵਾਲ। ਸਾਰਥਿਕਤਾ, ਨਿਰਾਰਥਕਤਾ ਭਾਵੇਂ ਇੱਕ ਕੁਦਰਤ ਦਾ ਨਿਯਮ ਹੈ, ਪਰ ਉਹਦੇ ਵਿੱਚ ਅਸੀਂ ਵੇਖਣਾ ਅਸੀਂ ਕਿਹੜਾ ਰਾਹ ਚੁਣਨਾ ਹੈ। ਅਸੀਂ ਸਾਰਥਿਕ ਸੋਚ ਅਪਣਾਉਣੀ ਆ ਜਾਂ ਨਿਰਾਰਥਕ ਜਿਹੜੀ ਸੋਚ ਆ ਉਹ ਅਪਣਾਉਣੀ ਹੈ। ਕਿਉਂਕਿ ਸਿੱਖਿਆ ਨੂੰ ਅਸੀਂ ਸੁਣਦੇ ਤਾਂ ਬਹੁਤ ਹੈ ਪਰ ਉਹਨੂੰ ਅਪਣਾਉਂਦੇ ਨਹੀਂ। ਵੱਡੀ ਘਾਟ ਇਹੀ ਹੈ ਸਾਡੇ ਸਮਾਜ ਦੇ ਵਿੱਚ। ਇਹਦੇ ਕਰਕੇ ਇਹ ਜਿਹੜਾ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ ਉਹ ਦਿਖਾਈ ਦੇ ਰਿਹਾ। ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦੇ ਅਸੀਂ। ਗ੍ਰਹਿਣ ਨਾ ਕੀਤਾ ਜਾਣ ਵਾਲਾ ਗੁਣ ਅਤੇ ਗਿਆਨ ਚੰਦ ਸੂਰਜ ਦੇ ਵਰਗਾ ਹੀ ਹੋ ਨਿਬੜਦਾ ਹੈ। ਪ੍ਰਚਾਰ ਤਾਂ ਭਾਵੇਂ ਬਹੁਤ ਹੋ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਵੱਡੀਆਂ ਸਟੇਜਾਂ ਦੇ ਉੱਪਰ ਮਨੁੱਖ ਇੱਕ ਚੰਗਾ ਮਨੁੱਖ ਬਣਨ ਦਾ ਬਹੁਤ ਵੱਖ-ਵੱਖ ਧਰਮਾਂ ਵੱਲੋਂ
ਪ੍ਰਚਾਰ ਕੀਤਾ ਜਾ ਰਿਹਾ ਕਿ ਮਨੁੱਖ ਨੂੰ ਇੱਕ ਚੰਗਾ ਧਰਮੀ ਸਮਾਜਿਕ ਜਿਹੜਾ ਇੱਕ ਸੰਵੇਦਨਸ਼ੀਲ ਜਾਂ ਸੱਭਿਆਚਾਰਕ ਮਨੁੱਖ ਕਿਵੇਂ ਬਣਨਾ ਚਾਹੀਦਾ, ਉਹ ਵੱਡੀਆਂ ਸਟੇਜਾਂ 'ਤੇ ਪ੍ਰਚਾਰ ਹੋ ਰਿਹਾ। ਪਰ ਉਹ ਪ੍ਰਚਾਰ ਦਾ ਅਸਰ ਕਿੰਨਾ ਕੁ ਹੈ, ਉਹਨੂੰ ਨਿੱਜੀ ਜੀਵਨ ਦੇ ਵਿੱਚ ਕਿੰਨਾ ਕੋਈ ਅਪਣਾਉਂਦਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਕਿਉਂਕਿ ਆਰਥਿਕ ਤੌਰ 'ਤੇ ਵੱਡੀਆਂ ਆਰਥਿਕ ਸਹਿਯੋਗ ਦੇ ਨਾਲ ਵੱਡੀਆਂ ਸਟੇਜਾਂ 'ਤੇ ਵੱਡਾ ਇਕੱਠ ਕੀਤਾ ਜਾਂਦਾ ਹੈ, ਪਰ ਉਹਨਾਂ ਵਿਚਾਰਾਂ ਨੂੰ ਕਿੰਨਾ ਕੁ ਕੋਈ ਅਪਣਾਉਂਦਾ, ਇਹ ਵੀ ਇੱਕ ਗੰਭੀਰ ਸਵਾਲ ਹੈ ਆਪਣੇ ਆਪ ਵਿੱਚ। ਪਰ ਪ੍ਰਯਤਨਸ਼ੀਲ ਪਵਿੱਤਰਤਾ ਦੀ ਅਣਹੋਂਦ ਕਾਰਨ ਦਰਜਨਾਂ ਕਿਸਮਾਂ ਦੇ ਆਰਥਿਕ ਅਤੇ ਸਿਆਸੀ ਸਿਆਪਿਆਂ ਨੇ, ਮੈਂ ਦੁਹਰਾਉਂਦਾ ਦੁਆਰਾ, ਬਹੁਤ ਬਰੀਕੀ ਵਾਲੀ ਥੋੜ੍ਹੀ ਜਿਹੀ ਗੱਲ ਹੈ, ਸਮਝ ਸਕਦੇ ਹੋ ਤੁਸੀਂ। ਪ੍ਰਯਤਨਸ਼ੀਲ ਪਵਿੱਤਰਤਾ ਦੀ ਅਣਹੋਂਦ ਕਾਰਨ ਦਰਜਨਾਂ ਕਿਸਮਾਂ ਦੇ ਆਰਥਿਕ ਅਤੇ ਸਿਆਸੀ ਸਿਆਪਿਆਂ ਨੇ ਸਮਾਜਿਕ, ਵਿਵਹਾਰਿਕ ਅਤੇ ਵਿਵਸਥਾ ਨੂੰ, ਜਿਹੜੀ ਸਾਡੀ ਸਮਾਜਿਕ ਅਤੇ ਵਿਵਹਾਰਿਕ ਵਿਵਸਥਾ, ਇਹਨੂੰ ਕੁਚੱਜਾ, ਕੁਵੈੜਾ, ਕੁਸੈਲਾ, ਕੁਕਰਮੀ, ਕਮਜ਼ਾਤ, ਕਮੀਨਾ, ਕਹਿਰ, ਕੌੜਾ ਅਤੇ ਕਮਜ਼ੋਰ ਬਣਾ ਦਿੱਤਾ ਹੈ। ਆਪਣੇ ਮੁਲਕ ਵਿਚਲੀਆਂ ਸਿਆਸੀ ਸੱਟੇਬਾਜ਼ੀਆਂ ਦੇ ਲੋਕ ਤਾਂਤਰਿਕ ਸਿਧਾਂਤਾਂ ਨੂੰ ਸੱਪ ਬਣਾ ਰੱਖਿਆ ਹੈ। ਸਿਆਸੀ ਸੱਪਾਂ ਦਾ ਡੰਗਿਆ ਆਪਣਾ ਇਹ ਮੁਲਕ ਮੂਰਛਿਤ ਹੋ ਰਿਹਾ ਹੈ। ਜਿਹੜੀ ਕਥਨ ਹੈ ਕਿ ਅਸੀਂ ਵੋਟਾਂ ਨਹੀਂ ਪਾਉਂਦੇ, ਵੋਟਾਂ ਨੇ ਸਾਨੂੰ ਹੀ ਪਾ ਲਿਆ ਹੈ, ਇਹ ਇੱਕ ਕਥਨ ਗੰਭੀਰ ਹੈ ਆਪਣੇ ਆਪ ਦੇ ਵਿੱਚ। ਅਸੀਂ ਵੋਟਾਂ ਨਹੀਂ ਪਾਉਂਦੇ, ਵੋਟਾਂ ਨੇ ਸਾਨੂੰ ਪਾ ਲਿਆ ਹੈ। ਰਾਜਨੀਤਿਕ ਮੁੱਖ ਜਿਹੜੇ ਲੜਾਈਆਂ ਦੇ ਕਾਰਨ ਆ ਪਿੰਡਾਂ ਦੇ ਵਿੱਚ, ਉਹ ਜਾਂ ਤਾਂ ਨਿੱਜਵਾਦ ਨੂੰ ਲੈ ਕੇ ਆਉਂਦੇ ਨੇ, ਵੀ ਸਾਡੇ ਜਿਹੜਾ ਪਦਾਰਥ ਹੈ ਨਿੱਜਵਾਦ ਆ, ਉਹਦੇ ਕਰਕੇ ਆਉਂਦਾ ਹੈ ਕਿ ਮੈਨੂੰ ਜ਼ਿਆਦਾ ਮਿਲੇ, ਜਾਂ ਮੇਰੀ ਜਿਹੜੀ ਆ ਉਹ ਸਮਾਜ ਦੇ ਵਿੱਚ, ਭਾਈਚਾਰੇ ਦੇ ਵਿੱਚ ਹਉਮੈ ਕਰਕੇ ਵੀ ਮੇਰੀ ਜਿਹੜੀ ਉਹ ਪੰਜਾਬੀ 'ਚ ਕਹਿ ਸਕਦੇ ਆਪਾਂ ਬੱਲੇ ਬੱਲੇ ਹੋਵੇ, ਜਾਂ ਮੈਨੂੰ ਹੀ ਸਾਰੇ ਪੁੱਛਣ। ਉਹ ਜਿਹੜੇ ਗੰਭੀਰ ਚੀਜ਼ਾਂ ਜਿਹੜੀਆਂ ਦਿਮਾਗ 'ਤੇ ਪ੍ਰਭਾਵਿਤ ਕਰਦੀਆਂ ਨੇ, ਸਮਾਜ ਨੂੰ ਵੀ ਕਰਦੀਆਂ ਨੇ, ਉਹ ਮੁੱਖ ਗੱਲਾਂ ਰਹੀਆਂ ਨੇ। ਅਤੇ ਸਾਡਾ ਜਿਹੜਾ ਅੱਜ ਦੇ ਵਿਸ਼ੇ ਦਾ ਅਸੀਂ ਅਫਸੋਸਜਨਕ ਕਰਦੇ ਹਾਂ ਕਿ ਅਜਿਹੀਆਂ ਜਿਹੜੀਆਂ ਘਟਨਾਵਾਂ ਹੈ ਸਮਾਜ ਦੇ ਵਿੱਚ, ਉਹ ਅੱਗੇ ਤੋਂ ਨਾ ਵਾਪਰਨ। ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਇਹਦੇ ਵਿੱਚ ਭਾਵੇਂ ਕਿ ਸੁਚੇਤ ਹੋਏ ਨੇ ਸਾਰੇ ਲੋਕੀ, ਰਾਜਨੀਤਿਕ ਤੌਰ 'ਤੇ ਉੱਪਰ ਉੱਠ ਕੇ ਏਕਤਾ ਦਾ, ਸਾਂਝੀ ਭਾਈਵਾਲਤਾ ਦਾ ਜਿਹੜਾ ਉਹ ਰੂਪ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਆਪਸੀ ਜਿਹੜੀ ਰੰਜਿਸ਼ ਆ, ਛੋਟੀਆਂ ਗੱਲਾਂ ਨੂੰ ਲੈ ਕੇ, ਛੋਟੀਆਂ ਜਿਹੜੀਆਂ ਹੰਕਾਰੀ ਰੂਪ ਦੀਆਂ ਗੱਲਾਂ ਹੁੰਦੀਆਂ, ਉਹਨਾਂ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਵੀ ਇਹ ਤਕਰਾਰਾਂ। ਕਿਉਂਕਿ ਆਏ ਦਿਨ ਹੀ ਅਸੀਂ ਖਬਰਾਂ ਵਿੱਚ ਵੇਖਦੇ ਹਾਂ ਕਿ ਜਿਹੜੇ ਨੌਜਵਾਨ ਆ ਸਾਡੇ ਵਿਦੇਸ਼ਾਂ 'ਚ, ਉੱਥੇ ਕਤਲ ਕਰ ਦਿੱਤਾ ਜਾਂਦਾ, ਕੋਈ ਨਾ ਕੋਈ ਆਪਸੀ ਜਾਂ ਗੈਂਗਵਾਰ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੌਜਵਾਨਾਂ ਦੀਆਂ, ਉਹ ਕਲੰਕ ਪੈਦਾ ਕਰਦੀਆਂ ਸਾਡੇ ਪੰਜਾਬੀ ਭਾਈਚਾਰੇ ਲਈ, ਪੰਜਾਬੀ ਸਮਾਜ ਦੇ ਲਈ। ਇਹ ਜਿਹੜੀਆਂ ਗੰਭੀਰਤਾ ਵਾਲੀਆਂ ਗੱਲਾਂ, ਤੁਸੀਂ ਇਹਨਾਂ ਬਾਰੇ ਕਿਵੇਂ ਸੋਚਦੇ ਹੋ? ਆਪਣੀ ਤੁਸੀਂ ਰਾਏ ਸਾਨੂੰ ਦੇ ਸਕਦੇ ਹੋ। ਇਹਨਾਂ ਦਾ ਜਿਹੜਾ ਹੱਲ ਹੈ ਉਹ ਕੀ ਹੋਣਾ ਚਾਹੀਦਾ ਹੈ? ਕਿਵੇਂ ਸਮਾਜ ਨੂੰ ਸਹੀ ਸੇਧ ਦੇਣ ਲਈ ਸੁਹਿਰਦਤਾ ਦੇ ਨਾਲ ਕਿਵੇਂ ਅਸੀਂ ਇੱਕ ਸੁਚਾਰੂ ਉਸਾਰੂ ਸਮਾਜ ਉਸਾਰ ਸਕਦੇ ਹਾਂ? ਆਦਿ ਜਿਹੜੀਆਂ ਇਹ ਗੱਲਾਂ ਨੇ, ਕਿਉਂਕਿ ਮਨੁੱਖ ਆ ਜਿਹੜਾ ਉਹ ਇੱਕ ਸੱਭਿਆਚਾਰਕ ਪ੍ਰਾਣੀ ਆ। ਭਾਵੇਂ ਕਿ ਜਿਹੜੇ ਸਾਰੇ ਇਸ ਪ੍ਰਿਥਵੀ ਦੇ ਉੱਤੇ ਜਾਨਵਰ ਨੇ ਜਿੰਨੇ ਵੀ, ਉਹਨਾਂ ਦੇ ਵਿੱਚ ਸਭ ਨਾਲੋਂ ਜ਼ਿਆਦਾ ਜਿਹੜੀ ਬੁੱਧੀ ਪਰਮਾਤਮਾ ਨੇ ਉਹ ਮਨੁੱਖ ਨੂੰ ਦਿੱਤੀ ਆ। ਪਰ ਕਈ ਵਾਰ ਇਹ ਵੇਖਣ ਨੂੰ ਆਉਂਦਾ ਹੈ ਕਿ ਜਾਨਵਰਾਂ ਨਾਲੋਂ ਵੀ ਭੈੜਾ ਵਿਵਹਾਰ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ। ਕਿਉਂਕਿ ਜਿਹੜੇ ਪਿਆਰ ਮੁਹੱਬਤ ਸਮਾਜ ਦੇ ਵਿੱਚ ਅਸੀਂ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਥਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਕਥਨ ਦੇ ਅਨੁਸਾਰ ਪ੍ਰੇਮ ਭਾਵੇਂ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਰਨਾ ਹੈ, ਜਾਂ ਉਹਦੇ ਹੀ ਜਿਹੜੇ ਜੀਵ ਹੈ ਇਸ ਧਰਤੀ ਦੇ ਉੱਪਰ, ਕੁਦਰਤ ਹੈ, ਉਹਨੂੰ ਪਿਆਰ ਕਰਨਾ ਹੈ। ਕਿਉਂਕਿ ਜੇ ਤੁਸੀਂ ਇੱਕ ਇਹ ਵੀ ਹੈ ਨਾ ਕਿ ਜਿਹੜੀ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਬ੍ਰਹਮ ਗਿਆਨੀ ਆ ਉਹਦੇ ਲਈ ਸਾਰੇ ਸਮਦਰਸ਼ੀ ਹੁੰਦੇ ਨੇ, ਇੱਕ ਦ੍ਰਿਸ਼ਟੀ ਨਾਲ ਉਹ ਸਾਰਾ ਵੇਖਦਾ। ਭਾਵੇਂ ਕਿ ਉਹਨਾਂ 'ਤੇ ਬ੍ਰਹਮ ਗਿਆਨੀ ਜਿਹੜਾ ਸ਼ਬਦ ਆ ਉਹ ਬਹੁਤ ਵੱਡਾ ਹੈ ਆਪਣੇ ਆਪ ਦੇ ਵਿੱਚ। ਇੱਕ ਸਾਧੂ ਸੰਤ ਮਹਾਤਮਾ ਜਿਹੜਾ ਬਣਨਾ ਹੈ, ਉਹਦੇ ਲਈ ਗੁਰਬਾਣੀ ਦੱਸਦੀ ਹੈ ਕਿ ਕਿਵੇਂ ਇੱਕ ਮਨਮੁਖ ਤੋਂ ਜਿਹੜਾ ਗੁਰਮੁਖ ਦਾ ਰਸਤਾ ਹੈ ਉਹ ਤੈਅ ਕਰਨ ਲਈ ਸਭ ਤੋਂ ਵੱਡੀ ਗੱਲ ਹੈ ਜਿਹੜਾ ਹੰਕਾਰ ਹੈ, ਹਉਮੈ ਹੈ, ਨਿੱਜਤਾ ਹੈ, ਆਦਿਕ ਜਿਹੜੇ ਇਹ ਔਗਣ ਨੇ, ਇਹਨਾਂ ਨੂੰ ਕਿਵੇਂ ਤਿਆਗਣਾ, ਕਿਵੇਂ ਸਹਿਜਤਾ ਦੇ ਵਿੱਚ ਰਹਿੰਦੇ ਹੋਏ
ਕਿਵੇਂ ਧਰਮੀ ਹੁੰਦੇ ਹੋਏ ਅਸੀਂ ਸਮਾਜ ਨੂੰ, ਕਿਉਂਕਿ ਇਕੱਲਾ ਜਿਹੜੇ ਸਾਡੇ ਗੁਰਸਿੱਖੀ ਦੇ ਸਿਧਾਂਤ ਨੇ ਉਹ ਇਕੱਲਾ ਇੱਕ ਧਰਮ ਤੱਕ ਸੀਮਿਤ ਨਹੀਂ ਹੈਗੇ, ਉਹ ਪੂਰੇ ਸਮਾਜ ਨੂੰ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਦੇ ਨੇ। ਇਹਦੇ ਵੱਖ-ਵੱਖ ਰੂਪ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸਿੱਖਿਆ ਉਹਦੇ ਵਿੱਚੋਂ ਪ੍ਰਾਪਤ ਕਰਦੇ ਹਾਂ। ਇੱਥੇ ਸਿਰਫ ਇੱਕ ਧਰਮ ਦਾ ਇੱਕ ਸੀਮਿਤ ਨਹੀਂ ਹੈਗੇ, ਇਹ ਪੂਰੇ ਕਾਇਨਾਤ ਨੂੰ ਆਪਣੇ ਵਿੱਚ ਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਕਿਉਂਕਿ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ ਉਹ ਸਰਬ ਸਾਂਝੀਵਾਲਤਾ, ਸਰਬ ਏਕਤਾ ਜਿਹੜੀ ਉਹਨੂੰ ਕਾਇਮ ਰੱਖਦੇ ਹੋਏ ਇੱਕ ਨਰੋਏ ਨਿੱਘਰ ਸਮਾਜ ਦੀ ਜਿਹੜੀ ਸਿਰਜਣਾ ਉਹ ਉਹਦੇ ਵੱਲ ਪ੍ਰੇਰਿਤ ਕਰਦਾ ਹੈ। ਕਿਉਂਕਿ ਅਸੀਂ ਗੁਰ ਇਤਿਹਾਸ ਵਿੱਚ ਵੇਖ ਸਕਦੇ ਹਾਂ ਕਿ ਕਿਵੇਂ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੀ ਉਹਨਾਂ ਨੇ ਇੱਕ ਨਰੋਏ ਸਮਾਜ ਦੀ ਜਿਹੜੀ ਸਿਰਜਣਾ ਕੀਤੀ ਆ। ਜੋ ਉਹਨਾਂ ਦੀਆਂ ਲਿਖਤਾਂ ਨੇ ਉਹਨਾਂ ਨੂੰ ਸਿਧਾਂਤਕ ਤੌਰ ਤੋਂ ਪਹਿਲੀ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ ਉਹਨਾਂ ਨੇ ਜਿਹੜੀਆਂ ਆਪਣੀਆਂ ਲਿਖਤਾਂ ਪਾਤਸ਼ਾਹੀਆਂ ਦੀਆਂ ਉਹ ਲਿਖਤਾਂ ਦੇ ਵਿੱਚ ਸਿਰਫ ਲਿਖਤਾਂ ਤੱਕ ਸੀਮਿਤ ਨਹੀਂ ਕੀਤਾ। ਸਾਨੂੰ ਇਤਿਹਾਸ ਦੱਸਦਾ ਕਿ ਉਹਨਾਂ ਜਿਹੜੀਆਂ ਲਿਖਤਾਂ ਉਹਨਾਂ ਨੂੰ ਪ੍ਰੈਕਟੀਕਲ ਕਿਵੇਂ ਕਰਕੇ ਵਿਖਾਇਆ, ਉਹ ਸਾਰੇ ਹੀ ਜਾਣੂ ਨੇ ਉਹਦੇ ਤੋਂ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਮਨੁੱਖ ਆ ਉਹ ਇੱਕ ਸੱਭਿਆਚਾਰਕ ਸਮਾਜ ਦੀ ਸਿਰਜਣਾ ਕਰੇਗਾ ਅਤੇ ਸਾਡੇ ਜਿਹੜਾ ਗੁਰ ਇਤਿਹਾਸ ਆ ਜਾਂ ਗੁਰਬਾਣੀ ਆ ਉਹ ਤੋਂ ਸਿੱਖਿਆ ਲੈ ਕੇ ਅਜਿਹੇ ਜਿਹੜੇ ਛੋਟੇ ਛੋਟੇ ਤਕਰਾਰਾਂ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰੁੱਖ ਕਰਦੇ ਹਾਂ ਜਿਹੜੀ ਅੱਜ ਦੀ ਮੁੱਖ ਗੱਲਬਾਤ ਹੈ ਉਹ ਇਹ ਹੈ ਕਿ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਅੱਜ 9ਵੇਂ ਗੇੜ ਦੀ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਭਾਰਤੀ ਸਮੇਂ ਦੇ ਅਨੁਸਾਰ ਦੁਪਹਿਰ 12 ਵਜੇ ਹੈ ਜਿਹੜੀ ਇਹ 9ਵੇਂ ਗੇੜ ਦੀ ਮੀਟਿੰਗ ਚੱਲ ਰਹੀ ਹੈ। ਇਸ ਵੇਲੇ ਭਾਰਤੀ ਸਮੇਂ ਦੇ ਅਨੁਸਾਰ ਹੋਣੀ ਸੀ ਅਤੇ ਹੁਣ ਚੱਲ ਵੀ ਰਹੀ ਆ। ਉਹਦੇ ਵਿੱਚ ਜਿਹੜੀ ਵੱਡੀ ਖਬਰ ਸਾਨੂੰ ਸੂਤਰਾਂ ਤੋਂ ਪ੍ਰਾਪਤ ਇਹ ਹੋਈ ਆ ਕਿ ਨਰਿੰਦਰ ਸਿੰਘ ਤੋਮਰ ਹੋਣੀ ਪਹਿਲਾਂ ਹੀ ਇਹ ਕਹਿੰਦੇ ਨਜ਼ਰ ਆ ਰਹੇ ਨੇ। ਇਸ ਜਿਹੜੀ ਡਿਸਕਸ਼ਨ ਹੈ ਉਹਦੇ ਵਿੱਚ ਮੀਟਿੰਗ ਦੇ ਬੈਠਕ ਦੇ ਵਿੱਚ ਇਹ ਉਹਨਾਂ ਨੇ ਕਿਹਾ, ਨਰਿੰਦਰ ਸਿੰਘ ਖੇਤੀਬਾੜੀ ਜਿਹੜੇ ਮੰਤਰੀ ਹੈ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਆਪਾਂ ਜਿਹੜੀ ਡਿਸਕਸ਼ਨ ਆ ਉਹ ਇਹ ਹੋਊਗੀ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਜਿਹੜੀਆਂ ਖਬਰਾਂ ਆ ਰਹੀਆਂ ਤੁਹਾਨੂੰ ਅੱਗੇ ਦੱਸ ਦੇ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਕਰਦੇ ਹਾਂ। ਅਸੀਂ ਗੱਲ ਕਰ ਰਹੇ ਸੀ ਜਿਹੜੀ ਅੱਜ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ 9ਵੇਂ ਦੌਰ ਦੀ ਜਿਹੜੀ ਬੈਠਕ ਚੱਲ ਰਹੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਨਜ਼ਰ ਆ ਰਹੀ ਹੈ ਕਿ ਅੱਜ ਦਾ ਜਿਹੜਾ ਭਾਰਤੀ ਸਮੇਂ ਮੁਤਾਬਕ 12 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਅਤੇ ਨਿਸ਼ਚਿਤ ਸਮੇਂ 'ਤੇ ਹੀ ਬੈਠਕ, ਭਾਵੇਂ ਜਿਹੜੀ ਪਿਛਲੀ ਬੈਠਕ ਸੀ ਉਹਦੇ ਵਿੱਚ ਦੇਰੀ ਹੋ ਗਈ ਸੀ, ਪਰ ਇਹ ਜਿਹੜੀ ਬੈਠਕ ਹੈ ਇਹ ਨਿਸ਼ਚਿਤ ਸਮੇਂ ਅਨੁਸਾਰ ਹੀ ਆਰੰਭ ਕਰ ਦਿੱਤੀ ਗਈ ਸੀ। ਬੈਠਕ ਦੇ ਵਿੱਚੋਂ ਜਿਹੜੀ ਅੰਦਰੋਂ ਖਬਰ ਪ੍ਰਾਪਤ ਹੋ ਰਹੀ ਹੈ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਉਹ ਇਹ ਸੀ ਕਿ ਨਰਿੰਦਰ ਸਿੰਘ ਤੋਮਰ ਇਹ ਵੇਖਣਾ ਚਾਹੁੰਦੇ ਸਨ ਕਿ ਕੁਝ ਬਦਲਾਵ ਆਇਆ ਕਿਸਾਨਾਂ ਦੀ ਜਿਹੜੀ ਸੋਚ ਹੈ, ਜਿਹੜੀ ਉਹਨਾਂ ਦੀ ਇੱਕ ਮੁੱਖ ਮੰਗ ਆ ਜਿਹਦੇ ਪਰ ਉਹ ਦ੍ਰਿੜ ਨੇ ਕਿ ਜਿਹੜੇ ਇਹ ਕਾਨੂੰਨ ਆ ਅਸੀਂ ਇਹੀ ਰੱਦ ਕਰਾਉਣੇ ਆ, ਕਿ ਉਹਦੇ ਵਿੱਚ ਕੋਈ ਬਦਲਾਵ ਆਇਆ। ਇਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿਸਾਨਾਂ ਨੂੰ ਕਿ ਆਪਾਂ ਕੁਝ ਵਿਚਾਰਾਂ ਕਰਦੇ ਹਾਂ, ਜਿਹੜਾ ਇਹ ਕਾਨੂੰਨ ਹੈ ਉਹਦੇ ਉੱਪਰ ਅਸੀਂ ਮੁੱਦੇ 'ਤੇ ਗੱਲ ਕਰਦੇ ਹਾਂ, ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ। ਉਹੀ ਉਹਨਾਂ ਵੱਲੋਂ ਪੁਰਾਣੀਆਂ ਮੀਟਿੰਗਾਂ ਵਾਲੀ ਗੱਲ ਦੁਹਰਾਈ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪਾਂ ਕੁਝ ਡਿਸਕਸ਼ਨ ਕਰਦੇ ਹਾਂ, ਇਹਦੇ ਜਿਹੜੇ ਮੁੱਦੇ ਨੇ ਇਹਨਾਂ ਦੇ ਕਾਨੂੰਨਾਂ ਦੇ ਉੱਪਰ ਹੀ ਆਪਾਂ ਗੱਲਬਾਤ ਕਰਦੇ ਹਾਂ, ਇਹਨਾਂ ਦੇ ਵਿੱਚ ਸੋਧਾਂ ਦੀ ਗੱਲ ਕਰਦੇ ਹਾਂ। ਤਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹਨਾਂ ਵੱਲੋਂ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ ਗਿਆ ਅੱਜ ਵੀ ਕਿ ਨਹੀਂ, ਅਸੀਂ ਜਿਹੜੇ ਇਹ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਾਉਣਾ ਜਿਹੜੀ ਸਾਡੀ ਮੁੱਖ ਮੰਗ ਹੈ। ਇਸ ਤੋਂ ਬਾਅਦ ਇਹ ਖਬਰ ਅੰਦਰੋਂ ਪ੍ਰਾਪਤ ਹੋ ਰਹੀ ਹੈ ਕਿ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਹੈ ਜਿਹੜੇ ਕੇਂਦਰੀ, ਉਹਨਾਂ ਨੇ ਵੱਲੋਂ ਇਹ ਕਿਹਾ ਗਿਆ ਕਿ ਇਸ ਮਸਲੇ ਦਾ ਜਿਹੜਾ ਹੱਲ ਹੈ ਤੁਸੀਂ ਸਾਨੂੰ ਸੁਝਾਅ ਦਿਓ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿਸਾਨਾਂ ਨੂੰ ਕਿ ਤੁਸੀਂ ਹੀ ਸਾਨੂੰ ਹੱਲ ਦੱਸੋ, ਇਸ ਮਸਲੇ ਦਾ ਕੀ ਹੋਣਾ ਚਾਹੀਦਾ। ਇਹ ਇੱਕ ਵੱਡਾ ਸਵਾਲ ਕਿਸਾਨਾਂ ਨੂੰ ਕੀਤਾ ਗਿਆ ਹੈ, ਪਰ ਕਿਸਾਨ ਦ੍ਰਿੜ ਰਹਿਣਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਜਿਹੜੀ ਮੁੱਖ ਮੰਗ ਹੈ ਉਸ 'ਤੇ ਹੀ ਉਹ ਦ੍ਰਿੜ ਰਹਿਣਗੇ ਅਤੇ ਲੱਗ ਰਿਹਾ ਹੈ ਕਿ ਇਹ ਵੀ ਸ਼ਾਇਦ ਨਿਰਾਸ਼ਾਜਨਕ ਹੀ ਹੋਵੇਗੀ ਮੀਟਿੰਗ। ਅਤੇ ਸਿਆਸੀ ਜਿਹੜੇ ਕੂਟਨੀਤਿਕ ਆ ਉਹਨਾਂ ਵੱਲੋਂ ਇਹ ਵੀ ਕਿਆਸ ਲਗਾਇਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਵਿੱਚ ਆਪਣੇ ਵਰਤਿਆ, ਕਿਉਂਕਿ ਕੇਂਦਰ ਵਰਜਸ ਕਿਸਾਨ ਦੀ ਜਗ੍ਹਾ ਕੇਂਦਰ ਵਰਜਸ ਸੁਪਰੀਮ ਕੋਰਟ ਉਹਨਾਂ ਨੇ ਇਹ ਅਖਤਿਆਰ ਕੀਤਾ, ਕਿਉਂਕਿ ਸੋਮਵਾਰ ਦੀ ਜਿਹੜੀ ਸੁਣਵਾਈ ਸੀ ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਦੋਂ ਇਹ ਬਿਆਨ ਆਉਂਦਾ ਹੈ ਕਿ ਕਿਸਾਨ ਜਿਹੜੇ ਉਹ ਉੱਥੇ ਕਿਵੇਂ ਬੈਠੇ ਨੇ ਉਹਦੇ ਲਈ ਅਸੀਂ ਫਿਕਰਮੰਦ ਹੈ,
केंद्र सरकार असंवेदनशील है, केंद्र सरकार जेकर हल नहीं करना चाहती असीं करांगे। ਜਿਹੜੇ ਇਹ ਪਹਿਲੇ ਦਿਨ ਸੋਮਵਾਰ ਨੂੰ ਬਿਆਨ ਆਏ ਸੀ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਸੀ, ਆਸ ਵੱਜੀ ਗਈ ਸੀ ਕਿਸਾਨਾਂ ਵੱਲੋਂ, ਪੂਰੇ ਵਿਸ਼ਵ ਦੇ ਸਮਰਥਕ ਹੈ ਜਿਹੜੇ ਕਿਸਾਨੀ ਅੰਦੋਲਨ ਦੇ, ਉਹਨਾਂ ਵੱਲੋਂ ਇਹ ਸੁਪਰੀਮ ਕੋਰਟ ਤੇ ਆਸ ਵੱਜੀ ਗਈ ਸੀ ਕਿ ਹਾਂ ਸ਼ਾਇਦ ਹੁਣ ਸੁਪਰੀਮ ਕੋਰਟ ਇਸ ਮਸਲੇ ਦਾ ਹੱਲ ਕਰੇਗਾ, ਕਿਉਂਕਿ ਕੇਂਦਰ ਸਰਕਾਰ ਨੂੰ ਝਾੜ ਪਾਈ ਸੀ ਸੁਪਰੀਮ ਕੋਰਟ ਨੇ। ਪਰ ਅਗਲੇ ਦਿਨ ਹੀ ਮੰਗਲਵਾਰ ਨੂੰ ਜਦੋਂ ਅੰਤਰਿਮ ਫੈਸਲਾ ਕੀਤਾ ਜਾਂਦਾ ਉਹਦੇ ਵਿੱਚ ਇਹ ਵੇਖਣ ਨੂੰ ਆਉਂਦਾ ਕਿ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਹਦਾ ਵਿਰੋਧ ਕੀਤਾ ਜਾਂਦਾ ਕਿਸਾਨਾਂ ਵੱਲੋਂ ਤੇ ਬਾਈਕਾਟ ਵੀ ਕੀਤਾ ਜਾਂਦਾ, ਕਿਉਂਕਿ ਉਹਦੇ ਵਿੱਚ ਜਿਹੜੇ ਮੁੱਖ 4 ਨੇ ਉਹਦੇ ਵਿੱਚ 2 ਕਿਸਾਨ ਸਨ ਤੇ 2 ਅਰਥ ਸ਼ਾਸਤਰੀ ਸਨ। ਤੇ ਇਸ ਵੇਲੇ ਦੀ ਜਿਹੜੀ ਸਾਰਿਆਂ ਤੱਕ ਇਹ ਖਬਰ ਪੁੱਜ ਹੀ ਗਈ ਹੋਊਗੀ ਲਗਭਗ ਕਿ ਜਿਹੜੇ ਭੁਪਿੰਦਰ ਸਿੰਘ ਮਾਨ ਸੀ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਕਿਉਂਕਿ ਅਸਤੀਫੇ ਦਾ ਕਾਰਨ ਦਬਾਅ ਦੱਸਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਮਾਨ ਹੈ ਉਹਨਾਂ ਵੱਲੋਂ ਵੀ ਉਹਨਾਂ ਦਾ ਬਾਈਕਾਟ ਕੀਤਾ ਗਿਆ ਸੀ। ਤੇ ਅਜਿਹਾ ਹੀ ਕੁਝ ਕਿਹਾ, ਕਿਉਂਕਿ ਮੀਡੀਆ ਦੇ ਰੂਬਰੂ ਹੁੰਦੇ ਹੋਏ ਤਾਂ ਭੁਪਿੰਦਰ ਸਿੰਘ ਮਾਨ ਨੇ ਕੁਝ ਵੀ ਨਹੀਂ ਕਿਹਾ, ਪਰ ਉਹਨਾਂ ਦੇ ਜਿਹੜੇ ਟੀਮ ਸੀ ਉਹਨਾਂ ਵੱਲੋਂ ਇਹ ਸੰਦੇਸ਼ ਜਾਰੀ ਕੀਤਾ ਗਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸਾਨ ਹਮਾਇਤੀ ਹਾਂ। ਭੁਪਿੰਦਰ ਸਿੰਘ ਦਾ ਇਹ ਮਾਨ ਦਾ ਇਹ ਕਥਨ ਹੈ ਕਿ ਮੈਂ ਕਿਸਾਨ ਹਮਾਇਤੀ ਹਾਂ ਤੇ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਨਾਲ ਖੜਾ ਹਾਂ। ਤੇ ਵੱਖ-ਵੱਖ ਇਹ ਜਿਹੜਾ ਫੈਸਲਾ ਲਿਆ ਗਿਆ ਭੁਪਿੰਦਰ ਸਿੰਘ ਮਾਨ ਵੱਲੋਂ, ਉਹਦੇ ਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਿਆਸੀ ਹੈ ਉਹਨਾਂ ਦੇ ਆਪਣੇ ਕਥਨ ਹੈ, ਜਿਹੜੇ ਸਮਾਜਿਕ ਹੈ ਉਹਨਾਂ ਦੇ ਆਪਣੇ ਕਥਨ ਕਿਆਸ ਲਾਏ ਜਾ ਰਹੇ ਨੇ। ਕੁਝ ਵੱਲੋਂ ਉਹਨਾਂ ਦਾ ਜਿਹੜਾ ਫੈਸਲਾ ਕੀਤਾ ਉਹਦਾ ਸਵਾਗਤ ਵੀ ਕੀਤਾ ਗਿਆ। ਤੇ ਜਿਹੜੀ ਅੱਜ ਦੀ ਜਿਹੜੀ ਮੁੱਖ ਮੀਟਿੰਗ ਆ ਉਹਦੇ ਵਿੱਚ ਤਾਂ ਵੇਖਣਯੋਗ ਹੋਵੇਗਾ ਕਿ ਕਿਆਸ ਤਾਂ ਹੀ ਲਾਇਆ, ਕਿਉਂਕਿ ਕਿਸਾਨਾਂ ਵੱਲੋਂ ਵੀ ਜਦੋਂ ਮੀਡੀਆ ਨੇ ਰੂਬਰੂ ਹੁੰਦੇ ਕਿਸਾਨਾਂ ਤੋਂ ਪੁੱਛਿਆ ਵੀ ਤੁਹਾਨੂੰ ਕੋਈ ਉਮੀਦ ਹੈ ਕਿ ਅੱਜ ਦੀ ਜਿਹੜੀ ਬੈਠਕ ਹੈ ਇਹਦੇ ਵਿੱਚ ਕੋਈ ਫੈਸਲਾ ਆਵੇਗਾ, ਪਰ ਉਹਨਾਂ ਦਾ ਵੀ ਇਹੀ ਕਥਨ ਸੀ ਜ਼ਿਆਦਾਤਰ ਕਿਸਾਨ ਆਗੂਆਂ ਦਾ, ਨਹੀਂ ਸਾਨੂੰ ਕੋਈ ਉਮੀਦ ਨਹੀਂ ਹੈ ਕੇਂਦਰ ਸਰਕਾਰ ਤੋਂ ਕਿ ਉਹ ਕੋਈ ਬਦਲਾਵ ਲਿਆਵੇਗੀ ਜਾਂ ਕੋਈ ਉਹਨਾਂ ਦੀ ਰਣਨੀਤੀ 'ਚ ਬਦਲਾਵ ਆਇਆ ਹੈ। ਇਹ ਤਾਂ ਵੇਖਣਯੋਗ ਹੋਵੇਗਾ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਜ ਸ਼ਾਮ ਤੱਕ ਇਹਦਾ ਨਤੀਜਾ ਆਵੇਗਾ ਕਿ ਇਹ ਜਿਹੜੀ ਬੈਠਕ ਹੈ ਇਹ ਬੇਸਿੱਟਾ ਰਹਿੰਦੀ ਆ ਜਾਂ ਇਹਦੇ ਵਿੱਚ ਕੋਈ ਨਵਾਂ ਸਾਨੂੰ ਵੇਖਣ ਨੂੰ ਜਿਹੜਾ ਰੂਪ ਹੈ ਉਹ ਮਿਲਦਾ। ਤੇ ਵੱਡੀ ਗੱਲ ਹੈ ਜਿਹੜੀ ਉਹ ਇਹ ਹੈ, ਅਸੀਂ ਅਗਲੀ ਗੱਲ ਵੱਲ ਰੁੱਖ ਕਰਦੇ ਹਾਂ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਇਹਦਾ ਜਿਹੜਾ ਰੰਗ ਰੂਪ ਆ ਇਹ ਸਾਨੂੰ ਮਾਘੀ ਸ਼ਹੀਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਆ ਉੱਥੇ ਜਿਹੜਾ ਸ਼ਹੀਦੀ ਜੋੜ ਮੇਲਾ ਸ਼ਹੀਦ 40 ਮੁਕਤਿਆਂ ਦੀ ਯਾਦ ਦੇ ਵਿੱਚ ਲੱਗਦਾ। ਉੱਥੇ ਇਸ ਵਾਰ ਵੱਡੀ ਗੱਲ ਇਹ ਰਹੀ ਹੈ ਕਿ ਉੱਥੇ ਕੋਈ ਵੀ ਸਿਆਸੀ ਜਿਹੜੀ ਕਾਨਫਰੰਸ ਆ ਉਹ ਨਹੀਂ ਕੀਤੀ ਗਈ, ਭਾਵੇਂ ਕਿ ਦੂਸਰੇ ਜਿਹੜੇ ਸ਼ਹੀਦੀ ਜੋੜ ਮੇਲ ਹੁੰਦੇ ਆ ਆਪਣੇ, ਭਾਵੇਂ ਉਹ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਹੁੰਦਾ ਜਾਂ ਭਾਵੇਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੁੰਦਾ, ਉੱਥੇ ਵੀ ਸਿਆਸੀ ਕੋਈ ਵੀ ਕਾਨਫਰੰਸ ਇਸ ਵਾਰ ਨਹੀਂ, ਉਹਦਾ ਸਿਆਸੀ ਰੰਗਤ ਨਹੀਂ ਵੇਖਣ ਨੂੰ ਮਿਲਿਆ। ਪਰ ਆਪ ਮੁਹਾਰੇ ਹੀ ਉੱਥੇ ਇੱਕ ਕਾਨਫਰੰਸ ਦਾ ਰੂਪ ਧਾਰਨ ਕਰ ਲਿਆ ਗਿਆ ਸੀ ਬਹੁਤ, ਕਿਉਂਕਿ ਭਾਵੇਂ ਕੋਈ ਰੂਪ ਰੇਖਾ ਨਹੀਂ ਉਲੀਕੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ ਇੱਥੇ ਕੋਈ ਕਾਨਫਰੰਸ ਕਰਾਂਗੇ, ਪਰ ਆਪ ਮੁਹਾਰੇ ਹੀ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਸਟੇਜ ਇੱਕ ਬਣ ਗਈ, ਉੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਤੇ ਜਿਹੜਾ ਉੱਥੇ ਸਾਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਜੋੜ ਮੇਲ 'ਤੇ ਸਾਨੂੰ ਰੰਗ ਦੇਖਣ ਨੂੰ ਮਿਲਿਆ ਉਹ ਕਿਸਾਨੀ ਅੰਦੋਲਨ ਦਾ ਰੰਗ ਸੀ, ਕਿਉਂਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਦੋਂ ਨਤਮਸਤਕ ਹੋਣ ਲਈ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਲੋਕ ਜਾਂਦੇ ਨੇ, ਉਹਨਾਂ ਦੇ ਝੰਡੇ ਆ ਜਿਹੜੇ ਸਾਨੂੰ ਉਹਨਾਂ ਦੇ ਵਾਹਨਾਂ 'ਤੇ ਵੇਖਣ ਨੂੰ ਮਿਲਦੇ ਨੇ, ਕਿਵੇਂ ਉਹਨਾਂ ਵੱਲੋਂ ਸ਼ਿੰਗਾਰ ਕੇ ਜਿਹੜੇ ਟਰੈਕਟਰ ਆ ਟਰਾਲੀਆਂ ਉਹਨਾਂ ਦੇ ਉੱਪਰ ਝੰਡੇ ਆ ਜਿਹੜੇ ਕਿਸਾਨੀ ਹੱਕਾਂ ਲਈ ਉਹ ਪ੍ਰਤੀਕ ਦੇ ਤੌਰ 'ਤੇ ਜਿਹੜੇ ਵਰਤ ਰਹੇ ਨੇ, ਭਾਵੇਂ ਸਾਰਾ ਹੀ ਪੰਜਾਬ ਵਰਤ ਰਿਹਾ ਹੈ ਕਿਸਾਨਾਂ ਦੀ ਹਮਾਇਤ ਦੇ ਵਿੱਚ, ਉਹ ਵੱਡੀ ਗਿਣਤੀ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਆ। ਉੱਥੇ ਵੀ ਰੰਗਤ ਆ ਜਿਹੜੀ ਕਿਸਾਨਾਂ ਹਮਾਇਤੀਆਂ ਦੀ ਜ਼ਿਆਦਾ ਵੇਖਣ ਨੂੰ ਮਿਲੀ ਆ। ਉਹਦੇ ਵਿੱਚ ਉੱਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਉੱਥੇ ਕਾਨਫਰੰਸ ਹੋਈ ਸੀ ਉਹਦੇ ਵਿੱਚ ਜਿਹੜੇ ਕਿਸਾਨ ਮੁਖੀ ਆਗੂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ, ਉਹਨਾਂ ਨੇ ਜਿਹੜੀ ਕਾਨਫਰੰਸ ਹੈ ਉੱਥੇ ਉਹਨੂੰ ਜਿਹੜੇ ਲੋਕ ਨੇ ਉੱਥੇ ਸੰਗਤ ਸੀ ਉਹਨੂੰ ਰੂਬਰੂ ਹੁੰਦੇ ਦੱਸਿਆ ਹੈ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਅਸੀਂ ਸਰਕਾਰ ਨਾਲ ਹੋਰ ਕੋਈ ਸਮਝੌਤਾ ਨਹੀਂ ਕਰਾਂਗੇ, ਸਾਡੇ 'ਤੇ ਤੁਸੀਂ ਭਰੋਸਾ ਬਰਕਰਾਰ ਰੱਖੋ, ਅਸੀਂ ਤੁਹਾਡਾ ਜਿਹੜਾ ਭਰੋਸਾ ਹੈ ਉਹਨੂੰ ਬਰਕਰਾਰ ਰੱਖਾਂਗੇ। ਉਮੀਦ ਹੈ ਕਿ ਤੁਸੀਂ ਵੀ ਸਾਨੂੰ ਸਹਿਯੋਗ ਦਿੰਦੇ ਰਹੋਗੇ, ਕਿਉਂਕਿ 50 ਦਿਨ ਹੋ ਗਏ ਨੇ ਅੱਜ ਸਾਨੂੰ ਇੱਥੇ ਬੈਠੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਅੰਦੋਲਨ ਹੋਰ ਲੰਬਾ ਚੱਲੇਗਾ ਤਾਂ ਸਾਨੂੰ ਉਮੀਦ ਹੈ
कि जिवें 50 दिन हो गए सानू बहुत वड्डी सानू भरोसा नहीं सी किसान आगूआं नू कि एडा वड्डा अंदोलन यह बन जाएगा, विश्व पद्धर ते सानू समर्थन मिलेगा। तो असी उम्मीद करते हैं कि जिहड़ी साडी रणनीति भावें कि कुछ मतभेद हुंदे ने पर जिहड़ी साडी रणनीति होवेगी असी आपस विच बैठ के किसान आगू ये रणनीति जिहड़ा हैगा उहनूं मसलिਆਂ नूं हल करांगे। तुहानूं जिहड़े दिशा निर्देश साडी संयुक्त किसान मोर्चा कमेटी आ उहदे वल्लों जिहड़ा हुंदा है तुसीं पहलां भी उहनां नूं तुसीं स्वीकार करदे रहे हो तो आने वाले समय के विच जिहड़े दिशा निर्देश होणगे वो भावें 26 जनवरी वाली ट्रैक्टर रैली का जां होर है उन्होंने तुसीं कबूल करोगे, सानू समर्थन देवोगे। इहदे नाल ही उन्होंने ये भी ट्रैक्टर परेड है 26 जनवरी नूं होण वाली उहदे संबंध विच कहंदे होए उन्होंने कहा सी कि राज पद्धर दे विच इहदा तुसीं भावें दिल्ली नूं कोशिश करियो आउण दी ज़्यादातर, जेकर नहीं हुंदा तां राज पद्धर दे विच भी ये रैलियां ओह कीतियां जाण, जिहड़े गवर्नर ने उत्थे राज पद्धर दे उन्हां दा जिहड़ा घिराओ कीता जावे। ते उन्हां ने एक वड्डी गल ये भी कही कि जिहड़ा निजीकरण है उहदे पर बोलदे होए कि रोडवेज सरकारी जिहड़े हस्पताल है बिजली का जिहड़ा महकमा है भी जिवें इहदा निजीकरण होया है यह आने वाले समय दे विच जेकर यह आवाज़ ना बुलंद होंदी तां जिहड़े साडे किसान भरा है उन्हां दी जिहड़ियां ज़मीनां उन्हां नाल भी अजिहा ही वतीरा होना सी। इहदे करके असी धन्नवाद करते हैं कि लोग आ जिहड़े सुचेत हो गए, जागरूक हो गए, अपने हक सच की लड़ाई लई एकमुठ होए ने। यह अधिक उत्ते जगजीत सिंह डल्लेवाल जी ने जिहड़े अपने बयान है वह उत्थे कहे। तो एक होर दुखदायक जिहड़ी खबर आ वो तुहानूं दसदे आ कि दो जिहड़े होर किसान ने किसान मुखियां वल्लों ये दस्सिया गया किसान आगूआं वल्लों दो जिहड़े होर किसान ने उन्हां ने जदों मोर्चे तो वापस आ रहे सी तां वो भी शहादत प्राप्त कर गए ने, जिहदे विच दस्सिया जांदा कि मनप्रीत सिंह जिन्हां दी उम्र 43 साल सी और रायपुर दे वासी सन ते लोहड़ी वाले दिन करीबन 6 वजे तकरीबन उन्होंने छाती में दर्द होया सी, जिहड़े उन्होंने साथी सी उन्होंने वापसी लिजा रहे सन अपने पिंड ते उन्हों दी हालत वापसी ते खराब हो गई सी ते वो अकाल चलाना कर गए ने। उस तो बाद श्री मुक्तसर साहिब की धरती तो गंदड़ पिंड के किसान सन 48 लगभग 48 साल उन्होंने उम्र दसी जाती है। इकबाल सिंह वापस जो वरत रहे सी अंदोलन तो उन्होंने जिहड़ा दिल का दौरा पै गया, ये करके वो अकाल चलाना कर गए ने। ये सानू खबर प्राप्त हुई है। उस तो बाद असी रुख करते हैं अगली जिहड़ी खबर है उहदे विच ये रहा कि जिहड़े किसान आगूआं वल्लों मीटिंग की गई है ਉਹ मीटिंग की गई है अपने वकील ਜਿਹੜੇ वकील पहले दिन शामिल होए सन ਜਿਹੜੀ सोमवार की सुनवाई सी ਉਹਦੇ ਵਿੱਚ ਕਿਸਾਨਾਂ ਵੱਲੋਂ 8 ਕਿਸਾਨਾਂ ਦੇ ਅਸੀਂ ਤੁਹਾਨੂੰ ਨਾਮ ਦੱਸੇ ਸੀ, ਜਿਹਦੇ ਵਿੱਚ 8 ਕਿਸਾਨ ਉਹ ਭਾਵੇਂ ਆਪ ਤਾਂ ਸ਼ਾਮਿਲ ਨਹੀਂ ਹੋਏ ਮੀਟਿੰਗ ਦੇ ਵਿੱਚ ਪਰ ਉਹਨਾਂ ਵੱਲੋਂ ਜਿਹੜੇ ਵਕੀਲ ਸੀ ਉਹਨਾਂ ਦੀ ਹਾਜ਼ਰੀ ਉੱਥੇ ਰਹੀ ਆ। ਉਹ ਜਿਹੜੇ ਵਕੀਲ ਸੀ ਉਹਨਾਂ ਨਾਲ ਵੀ ਕਿਸਾਨ ਆਗੂਆਂ ਨੇ ਅੱਜ ਸਲਾਹ ਮਸ਼ਵਰਾ ਕੀਤਾ ਸੀ। ਉਹਦੇ ਵਿੱਚ ਭਾਵੇਂ ਕਿ ਜਿਹੜੇ ਪ੍ਰਸ਼ਾਂਤ ਭੂਸ਼ਣ ਜੀ ਨੇ ਜਾਂ HS ਫੂਲਕਾ ਜੀ ਦਾ ਜਾਂ ਉਹ ਹੈਗੇ ਦੁਸ਼ਯੰਤ ਦਵੇ ਇਹਨਾਂ ਨਾਲ ਗੱਲਬਾਤ ਕੀਤੀ ਆ ਕਿ ਜਿਹੜੀ ਸੁਣਵਾਈ ਹੈ ਉਹ 17 ਜਨਵਰੀ ਨੂੰ ਹੋਣੀ ਹੈ ਸੁਪਰੀਮ ਕੋਰਟ ਦੀ, ਕਿਉਂਕਿ ਦਿੱਲੀ ਪੁਲਿਸ ਵੱਲੋਂ ਟਰੈਕਟਰ ਮਾਰਚ ਹੈ ਜਿਹੜਾ ਉਹ 'ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ। ਉਹਦੇ ਸੰਬੰਧ ਦੇ ਵਿੱਚ ਕਿਸਾਨਾਂ ਆਗੂਆਂ ਵੱਲੋਂ ਆਪਣੇ ਵਕੀਲਾਂ ਨਾਲ ਗੱਲਬਾਤ ਕੀਤੀ ਹੈ। ਜ਼ਿਕਰਯੋਗ ਆ ਕਿ ਮੰਗਲਵਾਰ ਦੀ ਜਿਹੜੀ ਸੁਣਵਾਈ ਸੀ ਉਹਦੇ ਵਿੱਚ ਵਕੀਲ ਨਹੀਂ ਪਹੁੰਚੇ ਸਨ ਕਿਉਂਕਿ ਕਿਸਾਨਾਂ ਨੇ ਹਮਾਇਤ ਨਹੀਂ ਸੀ ਕੀਤੀ ਅਸੀਂ ਸੁਪਰੀਮ ਕੋਰਟ ਦਾ ਰਸਤਾ ਅਖਤਿਆਰ ਕਰਾਂਗੇ। ਅਤੇ ਜਿਹੜੀ ਕਮੇਟੀ ਬਣੀ ਸੀ 4 ਮੈਂਬਰੀ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕਮੇਟੀ ਦੇ ਵਿੱਚ ਇਹ ਅਪੀਲ ਕੀਤੀ ਗਈ ਸੀ ਕਿ ਭਾਵੇਂ ਕਿਸਾਨ ਆਗੂ ਜਾਂ ਉਹਨਾਂ ਦੇ ਜਿਹੜੇ ਵਕੀਲ ਹੈ ਉਹ ਹਾਜ਼ਰੀ ਆਪਣੀ ਲਵਾਉਣ ਕਮੇਟੀ ਦੇ ਸਨਮੁਖ ਹੋਣ, ਪਰ ਜਿਹੜੇ ਵਕੀਲ ਹੈ ਕਿਸਾਨਾਂ ਦੇ ਸਮਰਥਕ ਵਕੀਲ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਸਾਡੇ ਜਿਹੜਾ ਦਿਸ਼ਾ ਨਿਰਦੇਸ਼ ਸਾਨੂੰ ਨਹੀਂ ਜਾਰੀ ਹੋਇਆ ਕਿਸਾਨਾਂ ਵੱਲੋਂ ਇਹਦੇ ਕਰਕੇ ਅਸੀਂ ਜਿਹੜੀ ਆ ਕਮੇਟੀ ਦੇ ਅੱਗੇ ਆਪਣੀ ਹਾਜ਼ਰੀ ਨਹੀਂ ਲਵਾਵਾਂਗੇ। ਇਹਦੇ ਨਾਲ ਹੀ ਜਿਹੜੇ ਕਿਸਾਨ ਆਗੂ ਰੁਲਦੂ ਸਿੰਘ ਨੇ ਮਾਨਸਾ ਤੋਂ ਉਹਨਾਂ ਵੱਲੋਂ ਜਿਹੜਾ ਭੁਪਿੰਦਰ ਸਿੰਘ ਮਾਨ ਹੈ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਕਮੇਟੀ ਤੋਂ ਤਾਂ ਉਹਨਾਂ ਦਾ ਇਹ ਕਥਨ ਆਇਆ, ਇਹਦੇ ਪਰ ਪ੍ਰਤੀਕਿਰਿਆ ਉਹਨਾਂ ਨੇ ਇਹ ਦਿੱਤੀ ਆ ਕਿ ਅਜਿਹਾ ਹੋਣ ਨਾਲ ਜਿਹੜੀ ਕਮੇਟੀ ਆ ਉਹ ਆਪਣੇ ਆਪ ਹੀ ਭੰਗ ਹੋ ਗਈ ਆ, ਇਹਦੇ ਵਿੱਚ ਪਿੱਛੇ ਕੁਝ ਰਿਹਾ ਹੀ ਨਹੀਂ ਹੈਗਾ ਕਿਉਂਕਿ ਕਮੇਟੀ ਦੇ ਜਿਹੜੇ ਇੱਕ
4 ਮੈਂਬਰਾਂ ਦੇ ਵਿੱਚੋਂ ਇੱਕ ਜਿਹੜਾ ਮੈਂਬਰ ਆ ਉਹਨੇ ਅਸਤੀਫਾ ਦੇ ਦਿੱਤਾ ਹੈ ਭੁਪਿੰਦਰ ਸਿੰਘ ਮਾਨ ਨੇ। ਇਹਦੇ ਕਰਕੇ ਇਹ ਕਮੇਟੀ ਆਪਣੇ ਆਪ ਹੀ ਭੰਗ ਹੋ ਚੁੱਕੀ ਹੈ। ਉਸ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ਤੋਂ ਜਿਹੜਾ ਸ਼ਾਂਤਮਈ ਟਰੈਕਟਰ ਮਾਰਚ ਆ ਉਹ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ, ਭਾਵੇਂ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਇੱਕ ਖੁੱਲ੍ਹੀ ਚਿੱਠੀ ਕਿਸਾਨਾਂ ਦੇ ਨਾਮ ਲਿਖੀ ਗਈ ਸੀ, ਉਹਦੇ ਕੁਝ ਤੁਹਾਨੂੰ ਜਿਹੜੇ ਅੰਸ਼ ਸੀ ਉਹ ਅਸੀਂ ਕੱਲ੍ਹ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਕਿ ਕਿਵੇਂ ਉਹਨਾਂ ਨੇ ਦੱਸਿਆ ਸੀ ਕਿ ਸ਼ਾਂਤਮਈ ਰਹਿੰਦੇ ਹੋਏ ਕਿਵੇਂ ਇਹ ਟਰੈਕਟਰ ਮਾਰਚ ਜਿਹੜਾ ਉਹ ਕੀਤਾ ਜਾਵੇਗਾ। ਜਿਹੜੀਆਂ ਅਫਵਾਹਾਂ ਹੈ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਜਿਹੜਾ ਕਿਸਾਨ ਅੰਦੋਲਨ ਹੈ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਇਹ ਸ਼ਾਂਤਮਈ ਰਹੇਗਾ। ਜੇਕਰ ਅਸ਼ਾਂਤੀ ਇਹਦੇ ਵਿੱਚ ਆਉਂਦੀ ਹੈ, ਕੋਈ ਹਿੰਸਾ ਇਹਦੇ ਵਿੱਚ ਆਉਂਦੀ ਹੈ ਅੰਦੋਲਨ ਦੇ ਵਿੱਚ, ਤਾਂ ਉਹਨਾਂ ਨੇ ਵਾਸਤਾ ਪਾਇਆ ਕਿ ਅਜਿਹਾ ਕੁਝ ਨਾ ਹੋਵੇ, ਕਿਉਂਕਿ ਅਜਿਹਾ ਹੋਣ ਦੇ ਨਾਲ ਇਸ ਅੰਦੋਲਨ ਨੂੰ ਇੱਕ ਵੱਡੀ ਢਾਲ ਲੱਗੇਗੀ ਜਿਹੜਾ ਕਿ ਇਸ ਅੰਦੋਲਨ ਦੇ ਲਈ ਬਹੁਤ ਮੁਸ਼ਕਿਲਾਂ ਖੜੀਆਂ ਕਰ ਸਕਦਾ। ਸਾਨੂੰ ਨਾ ਕਾਮਯਾਬੀ ਵੱਲ ਨਹੀਂ ਜਾਣਾ ਚਾਹੀਦਾ, ਸਾਨੂੰ ਕਾਮਯਾਬੀ ਦਾ ਜਿਹੜਾ ਰੁੱਖ ਆ ਉਹ ਅਖਤਿਆਰ ਕਰਨਾ ਚਾਹੀਦਾ। ਇਹਦੇ ਲਈ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੀ ਇਹ ਜਿਹੜਾ ਟਰੈਕਟਰ ਮਾਰਚ ਹੈ ਉਹ ਕਰਨਾ ਚਾਹੀਦਾ। ਭਾਵੇਂ ਕਿ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਇਹ ਦੱਸਾਂਗੇ ਆਪਣੇ ਸਮਰਥਕਾਂ ਨੂੰ ਕਿ ਇਹ ਜਿਹੜਾ ਅੰਦੋਲਨ ਆ ਉਹਦੀ ਰੂਪ ਰੇਖਾ ਕੀ ਹੋਵੇਗੀ, ਕੀ ਦਿਸ਼ਾ ਨਿਰਦੇਸ਼ ਹੋਣਗੇ। ਇਹ ਇੱਕ ਵੱਡੀ ਜਿਹੜੀ ਤੁਹਾਡੇ ਨਾਲ ਗੱਲ ਉਹ ਵੀ ਇਹ ਸਾਂਝੀ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਆ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ। ਬਹੁਤ ਹੀ ਮੀਟਿੰਗਾਂ ਹੋ ਰਹੀਆਂ, ਬੈਠਕਾਂ ਹੋ ਰਹੀਆਂ, ਰਣਨੀਤੀਆਂ, ਭਾਵੇਂ 26 ਜਨਵਰੀ ਨਜ਼ਦੀਕ ਹੀ ਆ ਰਹੀ ਹੈ, ਉਹਨੂੰ ਵੇਖ ਕੇ ਉਹਦੇ ਸੰਦਰਭ ਦੇ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਇਹ ਮੀਟਿੰਗਾਂ ਬੈਠੀਆਂ ਹੋ ਰਹੀਆਂ ਕਿ ਵੱਧ ਤੋਂ ਵੱਧ ਸ਼ਮੂਲੀਅਤ ਹੈ ਜਿਹੜੀ ਉਹ ਕੀਤੀ ਜਾਵੇ। ਇੱਕ ਟਰੈਕਟਰ ਦੇ ਪਿੱਛੇ 2 ਜਾਂ 3 ਟਰਾਲੀਆਂ ਜਿਹੜੀਆਂ ਉਹਦੀ ਵੀ ਰਣਨੀਤੀ ਬਣਾਈ ਆ ਰਹੀ ਹੈ ਕਿ ਉਹ ਵੀ ਲੈ ਕੇ ਉੱਥੇ ਜਾਈਆਂ ਜਾਣ, ਕਿਉਂਕਿ ਇਹਦੇ ਨਾਲ ਥੋੜ੍ਹਾ ਜਿਹੜਾ ਡੀਜ਼ਲ ਆ ਉਹਦਾ ਵੀ ਖਰਚਾ ਬਚ ਜਾਵੇ। ਅਤੇ ਵੱਖਰੇ ਵੱਖਰੇ ਰੂਪ ਦੇ ਵਿੱਚ ਪਿੰਡਾਂ ਦੇ ਨੌਜਵਾਨ ਸੱਥਾਂ ਦੇ ਵਿੱਚ ਆਪਸੀ ਜਿਹੜੀ ਆ ਉਹ ਗੱਲਬਾਤ ਕਰਦੇ ਰਹਿੰਦੇ ਨੇ। ਇਸ ਅੰਦੋਲਨ ਨੂੰ ਲੈ ਕੇ ਪੂਰਾ ਪੰਜਾਬ ਸੁਚੇਤ ਚੁਕੰਨ ਹੈ ਅਤੇ 26 ਜਨਵਰੀ ਵਾਲੀ ਜਿਹੜੀ ਟਰੈਕਟਰ ਰੈਲੀ ਆ ਉਹਨੂੰ ਲੈ ਕੇ ਪੂਰਾ ਉਤਸ਼ਾਹ ਜਿਹੜਾ ਪਿੰਡਾਂ ਦੇ ਵਿੱਚ ਵੇਖਿਆ ਜਾ ਸਕਦਾ। ਮੁੱਖ ਵਿਸ਼ਾ ਗੱਲਬਾਤ ਜਿਹੜਾ ਪਿੰਡਾਂ ਦੇ ਵਿੱਚ ਉਹ 26 ਵਾਲੀ ਜਿਹੜੀ ਟਰੈਕਟਰ ਰੈਲੀ ਆ ਉਹਨੂੰ ਲੈ ਕੇ ਹੀ ਚੱਲ ਰਿਹਾ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਕਿਸਾਨ ਅੰਦੋਲਨ ਇਹਦੇ ਘੋਲ ਦੇ ਜਿਹੜੇ ਮਦਦਗਾਰ ਹੈ, ਕਿਸਾਨ ਅੰਦੋਲਨ ਦੇ ਜਿਹੜੇ ਸਮਰਥਕ ਹੈ, ਉਹਦੇ ਵਿੱਚ 4 ਜਾਣਿਆਂ ਨੂੰ ਕੌਮੀ ਜਾਂਚ ਏਜੰਸੀ ਵੱਲੋਂ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਹਦੇ ਵਿੱਚ ਮੁੱਖ ਨਾਮ ਪੱਤਰਕਾਰ ਬਲਤੇਜ ਪੰਨੂ ਦਾ ਹੈ, ਜਿਨ੍ਹਾਂ ਨੂੰ 19 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਘੋਲ ਦੇ ਮਦਦਗਾਰਾਂ ਖਿਲਾਫ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕੇਂਦਰ ਵੱਲੋਂ, ਜਿਸ ਵਿੱਚ ਕੌਮੀ ਜਾਂਚ ਏਜੰਸੀ ਤਰਫੋਂ ਲੁਧਿਆਣਾ ਅਤੇ ਪਟਿਆਲਾ ਦੇ ਕਿਸਾਨ ਅੰਦੋਲਨ ਦੇ 4 ਹਮਾਇਤੀਆਂ ਨੂੰ ਤਲਬ ਕੀਤਾ ਗਿਆ ਹੈ, ਜਿਨ੍ਹਾਂ 'ਚ 3 ਟਰਾਂਸਪੋਰਟਰ ਹਨ ਜਦੋਂ ਕਿ 1 ਪੱਤਰਕਾਰ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬਲਤੇਜ ਪੰਨੂ ਨੂੰ ਅੱਜ ਧਾਰਾ 160 ਆਫ CRPC ਤਹਿਤ ਨੋਟਿਸ ਜਾਰੀ ਕਰਕੇ 19 ਜਨਵਰੀ ਨੂੰ NIA ਦੇ ਦਿੱਲੀ ਮੁੱਖ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਤੀਕਰਮ ਸਰਕਾਰਾਂ ਵੱਲੋਂ ਆ ਰਹੇ ਨੇ। ਇਸ ਦੇ ਨਾਲ ਹੀ ਪੰਜਾਬ ਜਿਹੜੀ ਸਰਕਾਰ ਹੈ, 5 ਜਿਹੜੇ ਟਕੈਤ ਨੇ UP ਦੇ ਜਿਹੜੇ ਕਿਸਾਨ ਆਗੂ ਨੇ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜੇਕਰ ਸਰਕਾਰ 5 ਸਾਲ ਤੱਕ ਚੱਲ ਸਕਦੀ ਹੈ ਤਾਂ ਇਹ ਅੰਦੋਲਨ ਵੀ 5 ਸਾਲ ਤੱਕ ਚੱਲ ਸਕਦਾ ਹੈ। ਸਰਕਾਰ ਨੂੰ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਇਹ ਅੰਦੋਲਨ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਇਹ ਅੰਦੋਲਨ ਛੇਤੀ ਖਤਮ ਹੋ ਜਾਵੇਗਾ। ਅਸੀਂ ਲੰਬੇ ਸਮੇਂ ਤੱਕ ਇਸ ਅੰਦੋਲਨ ਨੂੰ ਜਾਰੀ ਰੱਖਾਂਗੇ, ਜਦੋਂ ਤੱਕ ਖੇਤੀ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਹੁੰਦੇ, ਉਸ ਵੇਲੇ ਤੱਕ ਅਸੀਂ ਇਸ ਨੂੰ ਜਾਰੀ ਰੱਖਾਂਗੇ। ਇੱਕ ਜਿਹੜੀ ਹੋਰ ਵੱਡੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਵਕਤ ਹੋ ਚੁੱਕਾ ਇਸ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ। ਇਸ ਵੇਲੇ ਜਿਹੜਾ ਸਥਿਤੀ ਬਣੀ ਹੋਈ ਹੈ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਜਿਹੜੀ ਮੀਟਿੰਗ ਚੱਲ ਰਹੀ ਹੈ, ਉਹਨੂੰ ਵੇਖਦਿਆਂ ਹੋਇਆਂ ਇੱਕ ਸ਼ਹਿਰ ਆਸਿਮਤਨਾ ਦਾ ਇੱਕ ਸ਼ਹਿਰ ਯਾਦ ਆ ਰਿਹਾ ਸਾਨੂੰ। ਕਹੀਂ ਸੂਰਜ ਨਜ਼ਰ ਆਤਾ ਨਹੀਂ ਹੈ, हुकूमत शहर पर अब धुंध की है। ਦੁਬਾਰਾ ਫਿਰ ਦੁਹਰਾ ਦਿੰਦਾ, ਜਿਹੜੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਕੇਂਦਰ ਤੇ ਸਰਕਾਰ ਦੇ ਵਿਚਕਾਰ, ਕहीं सूरज नज़र आता नहीं है शहर, कहीं सूरज नज़र आता नहीं है, हुकूमत शहर पर अब धुंध की है।
ਇਹ ਜਿਹੜਾ ਸ਼ਹਿਰ ਹੈ ਸ਼ਹਿਰ ਆਸਿਮ ਤਨਾ ਦਾ ਲਿਖਿਆ ਹੋਇਆ, ਜਿਹੜਾ ਕਿ ਸਥਿਤੀ ਹੈ ਮੌਜੂਦਾ ਉਹਦੇ ਪਰ ਢੁਕਵਾਂ ਸਾਨੂੰ ਨਜ਼ਰ ਵਿਖਾਈ ਦਿੰਦਾ ਹੈ। ਤੇ ਇੱਕ ਜਿਹੜੀ ਵੱਡੀ ਇੱਕ ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਅਸੀਂ ਕਿ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ 5 ਦਹਾਕਿਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਵੀ ਵਿਦੇਸ਼ੀ ਮਹਿਮਾਨ ਗਣਤੰਤਰ ਦਿਵਸ 'ਤੇ ਨਹੀਂ ਆ ਰਿਹਾ। ਇਸ ਦਾ ਖੁਲਾਸਾ ਅੱਜ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੀਡੀਆ ਦੇ ਰੂਬਰੂ ਹੁੰਦੇ ਕਿਹਾ ਹੈ ਕਿ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਜਿਹੜਾ ਵਿਦੇਸ਼ੀ ਮਹਿਮਾਨ ਹੈ ਉਹ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਿਹਾ। ਇਹਦੇ ਨਾਲ ਹੀ ਪੰਜਾਬ ਦੇ ਵਿੱਚ ਪੰਜਾਬ ਮੰਤਰੀ ਮੰਡਲ ਦੀ ਜਿਹੜੀ ਵਿਸ਼ੇਸ਼ ਬੈਠਕ ਉਹ ਬੁਲਾਈ ਗਈ ਹੈ, ਜਿਹਦੇ ਵਿੱਚ ਕੈਬਨਿਟ ਵੱਲੋਂ ਇਹ ਮਤੇ ਪਾਸ ਕੀਤੇ ਗਏ ਨੇ। ਇਹ ਵਿਚਾਰਾਂ ਹੋਈਆਂ ਨੇ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਕੀਤੀ ਗਈ ਹੈ। ਤੇ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਇਹ ਬੈਠਕ ਹੋਈ ਸੀ, ਵਿਸ਼ੇਸ਼ ਜਿਹੜੀ ਬੈਠਕ ਬੁਲਾਈ ਗਈ, ਉਹਦੇ ਵਿੱਚ ਜਿਹੜੇ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਮੌਨ ਵਰਤ ਰੱਖਿਆ ਗਿਆ, ਖੜੇ ਹੋ ਕੇ ਉਹਨਾਂ ਦੇ ਪ੍ਰਤੀ ਆਪਣੀ ਜਿਹੜੀ ਸ਼ਰਧਾ ਪੰਜਾਬ ਸਰਕਾਰ ਨੇ ਜ਼ਾਹਿਰ ਕੀਤੀ ਹੈ। ਤੇ ਪੰਜਾਬ ਸਰਕਾਰ ਦੀ ਕੈਬਨਿਟ ਜਿਹੜੀ ਸੀ ਉਹਦੇ ਵਿੱਚ ਵਿਸ਼ੇਸ਼ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸੀ, ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਖੇਤੀ ਜਿਹੜੇ ਕਾਨੂੰਨ ਆ ਇਹਨਾਂ ਨੂੰ ਵਾਪਸ ਕਰਕੇ ਹੀ ਇਸ ਜਿਹੜਾ ਅੰਦੋਲਨ ਆ ਇਹਦਾ ਸਾਰਥਿਕ ਹੱਲ ਨਿਕਲ ਸਕਦਾ ਹੈ। ਇਹਦੇ ਵਿੱਚ ਇੱਕ ਜਿਹੜੀ ਹੋਰ ਸਮਰਥਕ ਨੇ ਅੰਦੋਲਨ ਦੇ ਪ੍ਰਤੀ, ਉਹਦੇ ਵਿੱਚ ਜਸਟਿਸ ਕਟਾਚੂ ਦਾ ਨਾਮ ਆ ਰਿਹਾ, ਕਿਉਂਕਿ ਜਸਟਿਸ ਕਟਾਚੂ ਦਾ ਇਹ ਬਿਆਨ ਆਇਆ ਕਿ ਖੇਤੀ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਬਾਰੇ ਉਹਨਾਂ ਨੇ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਆ, ਗੰਭੀਰ ਦੇ ਵਿੱਚ ਇਹ ਲੈਣਾ ਚਾਹੀਦਾ ਅੰਦੋਲਨ ਨੂੰ, ਕਿਉਂਕਿ ਜਸਟਿਸ ਕਟਾਚੂ ਜਿਹੜੇ ਨੇ ਉਹ ਆਲੋਚਕ ਨੇ ਰਹੇ ਨੇ ਜਿਹੜੀ ਮੋਦੀ ਸਰਕਾਰ ਹੈ ਉਹਦੀ ਜਿਹੜੀਆਂ ਸਰਗਰਮੀਆਂ ਉਹਦੇ ਇੱਕ ਤਕੜੇ ਆਲੋਚਕ ਆ ਜਿਹੜੇ ਉਹ ਜਸਟਿਸ ਕਟਾਚੂ ਨੇ। ਉਹਨਾਂ ਨੇ ਦੱਸਿਆ ਕਿ ਜਿਹੜਾ ਮੈਂ ਪੱਤਰ ਲਿਖਿਆ ਉਹਦੇ ਵਿੱਚ ਸਰਕਾਰ ਨੂੰ ਇਹ ਚਿੰਤਾ ਜ਼ਾਹਿਰ ਕੀਤੀ ਹੈ ਕਿ 26 ਜਨਵਰੀ ਦਾ ਜਿਹੜਾ ਟਰੈਕਟਰ ਮਾਰਚ ਆ ਉਹਦੇ ਵਿੱਚ ਹਿੰਸਾ ਦੀ ਜਿਹੜੀ ਆ ਉਹ ਹੋ ਸਕਦੀਆਂ ਘਟਨਾਵਾਂ, ਇਹਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਆਪਣੇ ਦੇਸ਼ ਦੇ ਪ੍ਰਤੀ, ਆਪਣੇ ਦੇਸ਼ ਦੇ ਲੋਕਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ। ਅਜਿਹੀਆਂ ਘਟਨਾਵਾਂ ਨਾ ਹੋਣ, ਇਹਦੇ ਕਰਕੇ ਤੁਹਾਨੂੰ ਇਹ ਜਿਹੜਾ ਫੈਸਲਾ ਹੈ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਜਲਦੀ ਤੋਂ ਜਲਦੀ ਲੈਣਾ ਚਾਹੀਦਾ। ਡਾਕਟਰ ਇਕਬਾਲ ਦਾ ਇੱਕ ਕਥਨ ਇੱਥੇ ਮੈਂ ਸ਼ੇਅਰ ਕਰਨਾ ਚਾਹੂੰਗਾ, ਜੇਕਰ ਰਾਜਨੀਤਿਕ ਢਾਂਚੇ ਵਿੱਚ ਨੈਤਿਕਤਾ ਮੰਨਫੀ ਹੋ ਗਈ ਤਾਂ ਇਹ ਅਰਥਹੀਨ ਹੋ ਜਾਏਗਾ। ਜਿਹੜਾ ਅੰਦੋਲਨ ਹੈ, ਮੀਟਿੰਗਾਂ, ਉਹਨੂੰ ਮੁੱਖ ਰੱਖਦੇ ਹੋਏ ਡਾਕਟਰ ਇਕਬਾਲ ਦਾ ਇਹ ਕਥਨ ਵੀ ਇੱਥੇ ਢੁਕਵਾਂ ਸਾਨੂੰ ਵਿਖਾਈ ਦੇ ਰਿਹਾ ਹੈ ਕਿ ਜੇਕਰ ਰਾਜਨੀਤਿਕ ਢਾਂਚੇ ਵਿੱਚੋਂ ਨੈਤਿਕਤਾ ਮੰਨਫੀ ਹੋ ਗਈ ਤਾਂ ਇਹ ਅਰਥਹੀਨ ਹੋ ਜਾਏਗਾ। ਭਾਵੇਂ ਕਿ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਹਦੇ ਜਿਹੜੇ ਨੈਤਿਕ ਪ੍ਰਭਾਵ ਹੈ ਇਹ ਵਿਸ਼ਵ ਪੱਧਰ 'ਤੇ ਸਾਨੂੰ ਸਕਾਰਾਤਮਕ ਰੂਪ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ। ਵੱਡਾ ਹੁੰਗਾਰਾ ਮਿਲ ਰਿਹਾ ਲੋਕਾਂ ਦਾ। ਆਉਣ ਵਾਲੀ ਜਿਹੜੀ 26 ਜਨਵਰੀ ਦੀ ਟਰੈਕਟਰ ਪਰੇਡ ਆ ਉਹਦੇ ਉੱਪਰ ਭਾਵੇਂ ਪੂਰਾ ਵਿਸ਼ਵ ਅੱਖਾਂ ਲਾ ਕੇ ਵੇਖ ਰਿਹਾ ਅਤੇ ਸਮਰਥਨ ਵੀ ਦੇ ਰਿਹਾ ਕਿਸਾਨਾਂ ਨੂੰ ਆਪੋ ਆਪਣੇ ਤਰੀਕਿਆਂ ਦੇ ਨਾਲ। ਪਰ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਜਿਹੜਾ 26 ਜਨਵਰੀ ਦਾ ਟਕਰਾਅ ਵੀ ਕਿਤੇ ਨਾ ਕਿਤੇ ਹੋ ਸਕਦਾ। ਇਹ ਚਿੰਤਾ ਵੀ ਹੈ ਕਿਸਾਨ ਆਗੂਆਂ ਨੂੰ ਵੀ, ਇਹ ਵੱਡੀ ਚਿੰਤਾ ਹੈ ਕਿ ਲੋਕਾਂ ਨੂੰ ਵੀ ਵੱਡੀ ਚਿੰਤਾ ਹੈ ਕਿ 26 ਜਨਵਰੀ ਨੂੰ ਟਕਰਾਅ ਜਿਹੜਾ ਉਹ ਕਿਤੇ ਅਜਿਹੀ ਸਥਿਤੀ ਨਾ ਬਣ ਜਾਵੇ ਜਿਹਦੇ ਨਾਲ ਅੰਦੋਲਨ ਨੂੰ ਕੁਝ ਨੁਕਸਾਨ ਪਹੁੰਚੇ ਜਾਂ ਜਿਹੜੀਆਂ ਕੀਮਤੀ ਜਾਨਾਂ ਉਹਨਾਂ ਨੂੰ ਕੋਈ ਨੁਕਸਾਨ ਹੋਵੇ। ਜਾਨੀ ਜਾਂ ਮਾਲੀ ਜਿਹੜਾ ਨੁਕਸਾਨ ਹੈ ਉਹਦਾ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਜਿਹਾ ਕੁਝ ਨਾ ਹੋਵੇ। ਇਹਦੇ ਕਰਕੇ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਖੁੱਲ੍ਹੀ ਚਿੱਠੀ ਵੀ ਲਿਖੀ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਅਸੀਂ ਵੇਖਦੇ ਹਾਂ ਕੀ ਬਣੇਗਾ, क्योंकि नई मुश्किल कोई दरपेश हर मुश्किल से आगे है, सफ़र दीवानगी का इश्क भी मंजिल से आगे है। नई मुश्किल कोई दरपेश हर मुश्किल से आगे है, सफ़र दीवानगी का इश्क की मंजिल से आगे है। असी खिमा दे जाचक हैं तो अलविदा लेंदे हैं। धन्यवाद। वाहिगुरू जी का खालसा, वाहिगुरू जी की फतेह।